ਪਿਛਲੇ ਦਿਨੀ ਅਰਵਿੰਦ ਕੇਜਰੀਵਾਲ ਆਉਂਦੇ ਨੇ ਤੇ ਅਰਵਿੰਦ ਕੇਜਰੀਵਾਲ ਆ ਕੇ ਸਿਆਸਤ ਦੇ ਵਿੱਚ ਇੱਕ ਵੱਡਾ ਧਮਾਕਾ ਕਰ ਦਿੰਦੇ ਨੇ। ਉਹ ਕਹਿੰਦੇ ਆ ਕਿ ਬਾਕੀ ਪਾਰਟੀਆਂ ਵਾਅਦੇ ਕਰਦੀਆਂ ਨੇ ਪਰ ਅਸੀਂ ਗਰੰਟੀ ਕਰਦੇ ਹਾਂ ਜੇ 2022 ਦੇ ਅੰਦਰ ਆਮ ਆਦਮੀ ਪਾਰਟੀ ਆਉਂਦੀ ਹੈ ਤਾਂ 300 ਯੂਨਿਟ ਪੰਜਾਬ ਦੇ ਅੰਦਰ ਮਾਫ ਕੀਤੀ ਜਾਊਗੀ। ਕਿਸੇ ਮੀਡੀਆ ਕਰਮੀ ਨੇ ਉਹਨਾਂ ਨੂੰ ਸਵਾਲ ਕੀਤਾ ਕਿ 301 ਯੂਨਿਟ ਜੇ ਹੁੰਦੀ ਹੈ ਤਾਂ ਉਹ ਸਟੇਟਮੈਂਟ ਦਿੰਦੇ ਆ ਕਿ 301 ਯੂਨਿਟ ਦਾ ਹੀ ਬਿੱਲ ਲੱਗ ਕੇ ਆਊਗਾ। ਕੀ ਕਹਿਣਾ ਚਾਹੋਗੇ, ਕਲੈਰੀਫਿਕੇਸ਼ਨ ਕੀ ਹੈ ਇਹਦੀ? कि जी 300 यूनिट पर मंथ तो उपर जिन्ने यूनिट आउणगे उन्ने दा ही बिल आएगा। साडा एजेंडा बड़ा क्लीयर है कि अज दी घड़ी तकरीबन 5 तो लैके 7,000 करोड़ दा खजाने नूं चूना, खजाने नूं ठगी, खजाने दे नाल चोरी वज रही है बिजली सैक्टर दे विच। सिर्फ और सिर्फ जिहड़ा आ इन्हां 3 थर्मल प्राइवेट प्लांटां दी गल कर लो, इन्हां दे जरिए होर भी कई चीज़ां ने जिहदी वजह करके ये पैसा या इन्हां थर्मल वालियां दी जेब च जांदा है। प्लीज़ ट्राई टू अंडरस्टैंड। हुण वोटां आ रहीआं ने, उन्हां ने विरोधियां ने ये सारियां गुंझलबाजियां साडे खिलाफ वरतनियां ने। आपदियां करतूतां कारे की रहे ने ਉਹਦਾ ਲੇਖਾ ਜੋਖਾ ਦੇ ਦੇਣਾ। 16 ਲੱਖ ਕਰੋੜ ਦਾ ਪਾਣੀ ਹੈ ਜਿਹੜਾ ਉਹ ਰਾਜਸਥਾਨ ਨੂੰ ਜਾ ਚੁੱਕਿਆ। ਅਸੀਂ ਤਾਂ 20 ਵਾਰੀ ਰੌਲਾ ਪਾ ਚੁੱਕੇ ਵਿਧਾਨ ਸਭਾ ਦੇ ਵਿੱਚ। ਜਦੋਂ ਤੁਹਾਡੀ ਸਰਕਾਰ ਆਉਂਦੀ ਉਹਦਾ ਮੁੱਲ ਦਵਾਓਗੇ ਪਾਣੀ? ਅਸੀਂ ਮੈਂ ਕਹਿੰਦਾ ਜੇ ਬਿੱਲ ਤਾਂ ਭੇਜਣੇ ਤਾਂ ਬਿੱਲ ਵੀ ਨਹੀਂ ਭੇਜਦੇ ਹੈਗੇ। ਅਸੀਂ ਤਾਂ ਕਹਿ ਰਹੇ ਹਾਂ, ਮੈਂ ਕਹਿੰਦਾ ਮੰਗੋ ਤਾਂ ਸਹੀ। ਕੀ ਕਹਿਣਗੇ ਉਹ ਵੀ ਅਸੀਂ ਦੇਣਾ ਨਹੀਂ ਹੈਗਾ? ਕੋਈ ਗੱਲ ਨਹੀਂ, ਲੜਾਈ ਹੋਊਗੀ। ਸਰ, ਇੱਕ ਗੱਲ ਕਹੀ ਜਾਂਦੀ ਹੈ ਕਿ ਅਰਵਿੰਦ ਕੇਜਰੀਵਾਲ ਕਹਿੰਦੇ ਕਿ ਅਸੀਂ ਬਾਕੀ ਲੀਡਰਾਂ ਨਾਲੋਂ ਵੱਖਰੀ ਸਿਆਸਤ ਕਰਦੇ ਹਾਂ। ਤੇ ਵੱਖਰੀ ਸਿਆਸਤ ਕਿੱਥੋਂ ਆਏਗੀ? ਕਿਉਂਕਿ ਸਾਡੇ ਪੰਜਾਬ 'ਚ ਆਟਾ ਦਾਲਾਂ ਸਕੀਮਾਂ ਚੱਲ ਪੈਂਦੀਆਂ ਨੇ। ਇਹ ਹੁੰਦਾ ਕਿ ਲੋਕਾਂ ਨੂੰ ਆਤਮ ਨਿਰਭਰ ਨਹੀਂ ਬਣਾਉਣਾ। ਅਸੀਂ ਆਟਾ ਦਾਲ, ਕੋਈ ਖੰਡ ਕਹਿ ਦਿੰਦਾ, ਕੋਈ ਚਾਹ ਪੱਤੀ ਕਹਿ ਦਿੰਦਾ। ਕਾਂਗਰਸ ਦੇ ਵੱਲੋਂ ਚਾਹ ਪੱਤੀ ਦੀ ਵੀ ਪੇਸ਼ਕਸ਼ ਰੱਖ ਦਿੱਤੀ ਗਈ ਸੀ। ਤੇ 300 ਯੂਨਿਟ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਕਿ ਲੋਕਾਂ ਨੂੰ ਆਤਮ ਨਿਰਭਰ ਬਣਾਉਣ ਦੇ ਵਿੱਚ ਠੱਲ ਪਾ ਰਹੀ ਹੈ? ਜਦੋਂ ਬਾਘੇ ਪੁਰਾਣੇ ਦੀ ਰੈਲੀ ਸੀਗੀ, ਅਰਵਿੰਦ ਕੇਜਰੀਵਾਲ ਜੀ ਨੇ ਉੱਥੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਸੀਗਾ ਕਿ ਚਾਹੇ ਵਾਅਦਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀਗਾ ਜਿਹੜਾ ਕਿ ਝੂਠਾ ਨਿਕਲਿਆ। ਫਾਰਮ ਭਰਾਏ ਗਏ ਸੀਗੇ, ਘਰ ਘਰ ਕਾਰਡ ਵੰਡੇ ਗਏ ਸੀਗੇ, ਤੁਸੀਂ ਉਹ ਕਾਰਡ ਲੈ ਕੇ ਆਏ ਹੋ ਸਾਡੇ ਕੋਲ। 2022 ਦੇ ਜੇ ਸਰਕਾਰ ਬਣ ਜਾਂਦੀ ਹੈ ਤਾਂ ਅਸੀਂ ਤੁਹਾਨੂੰ ਜੌਬ ਦੇਵਾਂਗੇ, ਅਸੀਂ ਤੁਹਾਨੂੰ ਆਪਦੇ ਪੈਰਾਂ ਦੇ ਉੱਪਰ ਖੜੇ ਕਰਾਂਗੇ। ਲੀਡਰਾਂ ਨੂੰ, ਜੇ ਅਫਸਰਾਂ ਨੂੰ ਬਿਜਲੀ ਮਾਫ ਹੋ ਸਕਦੀ ਹੈ, ਜੇ ਉਹਨਾਂ ਨੂੰ ਮੈਡੀਕਲ ਹੈਲਥ ਸਹੂਲਤਾਂ ਸਾਡੇ ਵਰਗੇ MLA MPs ਨੂੰ ਜੇ ਹੋ ਸਕਦੀਆਂ ਨੇ, ਤੇ ਫਿਰ ਕੀ ਉਹਨਾਂ ਦੇ ਉੱਪਰ ਆਮ ਲੋਕਾਂ ਦਾ ਹੱਕ ਨਹੀਂ ਹੈ? ਪਿਛਲੇ ਦਿਨੀ ਜਦੋਂ ਅਰਵਿੰਦ ਕੇਜਰੀਵਾਲ ਆਉਂਦੇ ਨੇ ਉਹ ਕਹਿੰਦੇ ਆ ਕਿ ਕੋਈ ਸਿੱਖ ਚਿਹਰਾ ਹੋਊਗਾ ਪੰਜਾਬ ਦਾ ਜੋ CM ਹੋਊਗਾ। BJP ਜੇਕਰ UP ਦੀ ਗੱਲ ਕਰੀਏ ਉੱਥੇ ਉਹਨਾਂ ਨੂੰ ਇੱਕ ਹਿੰਦੂ ਚਿਹਰਾ ਚਾਹੀਦਾ ਸੀ। ਤੇ ਜੇਕਰ ਅਕਾਲੀ ਦਲ ਦੀ ਕਰ ਲਈਏ ਉਹ ਕਹਿੰਦੇ ਸਾਨੂੰ ਇੱਕ ਦਲਿਤ ਚਿਹਰਾ ਡਿਪਟੀ CM ਹੋਊਗਾ। ਫਿਰ ਕੇਜਰੀਵਾਲ ਤਾਂ ਇਹ ਕਹਿੰਦੇ ਅਸੀਂ ਵੱਖਰੀ ਸਿਆਸਤ ਕਰਨੀ ਹੈ। ਫਿਰ ਇਹ ਵੱਖਰੀ ਸਿਆਸਤ ਕਿਉਂ ਰਹਿ ਗਈ ਕਿ ਅਸੀਂ ਨੀਤੀਆਂ ਤੇ ਰਾਜਨੀਤੀ ਨਹੀਂ ਕਰਦੇ ਹੈਗੇ, ਅਸੀਂ ਚਿਹਰਿਆਂ ਤੇ ਰਾਜਨੀਤੀ ਕਰਦੇ ਹਾਂ? ਮੈਂ ਮੰਨ ਕੇ ਚੱਲਦਾ ਕਿ ਕ੍ਰਾਈਟੇਰੀਆ ਜਿਹੜਾ ਉਹ ਕੰਪੀਟੈਂਸ ਹੋਣੀ ਚਾਹੀਦੀ ਹੈ। ਉਹ ਧਰਮ, ਮਜ਼ਹਬ, ਜਾਤ ਪਾਤ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਦਲਿਤ ਉਹ ਨਹੀਂ ਹੋਣਾ ਚਾਹੀਦਾ ਹੈਗਾ। ਬਟ ਦੈਟ ਡਜ਼ ਨਾਟ ਮੀਨ ਕਿ ਕੋਈ ਇਨਕੰਪੀਟੈਂਟ ਬੰਦਾ ਸਿਰਫ ਔਰ ਸਿਰਫ ਸਿੱਖ ਹੋਣ ਕਰਕੇ ਮੁੱਖ ਮੰਤਰੀ ਬਣ ਜਾਊਗਾ। ਇਹ ਜਾਇਜ਼ ਨਹੀਂ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸੁਰਖਾਬ TV। 2022 ਦੀਆਂ ਚੋਣਾਂ ਨੇੜੇ ਨੇ ਤੇ ਸਾਰੀਆਂ ਪਾਰਟੀਆਂ ਦੇ ਵਿੱਚ ਭੱਜ ਦੌੜ ਮੱਚੀ ਹੋਈ ਹੈ। ਪਿਛਲੇ ਦਿਨੀ ਅਰਵਿੰਦ ਕੇਜਰੀਵਾਲ ਆਉਂਦੇ ਨੇ ਤੇ ਅਰਵਿੰਦ ਕੇਜਰੀਵਾਲ ਆ ਕੇ ਸਿਆਸਤ ਦੇ ਵਿੱਚ ਇੱਕ ਵੱਡਾ ਧਮਾਕਾ ਕਰ ਦਿੰਦੇ ਨੇ। ਉਹ ਵੱਡਾ ਧਮਾਕਾ ਇਹ ਹੁੰਦਾ ਹੈ ਕਿ 300 ਯੂਨਿਟ ਪੰਜਾਬ ਦੇ ਅੰਦਰ ਮਾਫ ਕਰਨ ਦੀ ਗਰੰਟੀ ਦਿੱਤੀ ਜਾਂਦੀ ਹੈ। ਉਹ ਕਹਿੰਦੇ ਆ ਕਿ ਬਾਕੀ ਪਾਰਟੀਆਂ ਵਾਅਦੇ ਕਰਦੀਆਂ ਨੇ ਪਰ ਅਸੀਂ ਗਰੰਟੀ ਕਰਦੇ ਹਾਂ ਜੇ 2022 ਦੇ ਅੰਦਰ ਆਮ ਆਦਮੀ ਪਾਰਟੀ ਆਉਂਦੀ ਹੈ ਤਾਂ 300 ਯੂਨਿਟ ਪੰਜਾਬ ਦੇ ਅੰਦਰ ਮਾਫ ਕੀਤੀ ਜਾਊਗੀ। ਬਹੁਤ ਸਾਰੀ ਕਨਫਿਊਜ਼ਨ ਹੈ ਇਹ ਮੁੱਦੇ ਨੂੰ ਲੈ ਕੇ ਤੇ ਬਹੁਤ ਸਾਰੀਆਂ ਕਨਫਿਊਜ਼ਨਾਂ ਅੱਗੇ ਵੀ ਨੇ ਲੋਕਾਂ ਦੇ ਜ਼ਿਹਨ ਦੇ ਅੰਦਰ ਕਿ ਕਈ ਕਹਿੰਦੇ ਆ ਕਿ 300 ਯੂਨਿਟ ਮਾਫ ਕੀਤੀ ਜਾਊ, ਕੋਈ ਕਹਿੰਦਾ ਹੈ ਕਿ ਜੇਕਰ 301 ਯੂਨਿਟ ਹੁੰਦੀ ਹੈ ਤਾਂ 301 ਯੂਨਿਟ ਦਾ ਹੀ ਬਿੱਲ ਬਣ ਕੇ ਆਊਗਾ। ਇਹ ਸਾਰੇ ਮੁੱਦਿਆਂ ਦੇ ਉੱਤੇ ਤੇ ਪੰਜਾਬ ਦੀ ਸਿਆਸਤ ਦੇ ਉੱਤੇ, ਆਮ ਆਦਮੀ ਪਾਰਟੀ ਦੇ ਵਿੱਚ ਕੀ ਚੱਲ ਰਿਹਾ ਉਹ ਸਾਰੀ ਸਿਆਸਤ ਦੇ ਉੱਤੇ ਗੱਲਬਾਤ ਕਰਾਂਗੇ। ਮੇਰੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸੁਰਖਾਬ TV ਤੇ ਸਵਾਗਤ ਕਰਦੇ ਹਾਂ। ਸਰ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਸੁਰਖਾਬ TV। ਮਿਹਰਬਾਨੀ ਜੀ, ਥੈਂਕ ਯੂ। ਤੁਹਾਡਾ ਵੀ, ਤੁਹਾਡੇ ਚੈਨਲ ਦੇ ਸਾਰੇ ਸਰੋਤਾਵਾਂ ਨੂੰ ਪ੍ਰਮਾਤਮਾ ਚੜ੍ਹਦੀਆਂ ਕਲਾਵਾਂ ਦੇ ਵਿੱਚ ਰੱਖੇ ਜੀ। ਸਰ, ਸਭ ਤੋਂ ਪਹਿਲਾ ਸਵਾਲ, ਜਿਵੇਂ ਮੈਂ ਪਹਿਲਾਂ
ਸ਼ੁਰੂ ਦੇ ਵਿੱਚ ਆਖਿਆ ਕਿ 300 ਯੂਨਿਟ ਦਾ ਦਾਅਵਾ ਕਰਕੇ ਗਿਆ, ਗਾਰੰਟੀ ਦੇ ਕੇ ਗਿਆ ਅਰਵਿੰਦ ਕੇਜਰੀਵਾਲ ਜੀ। ਪਰ ਜੇ ਉਹਨਾਂ ਦੀ ਸਟੇਟਮੈਂਟ ਦੇਖੀਏ, ਉਹ ਸ਼ੁਰੂ ਦੇ ਜਦੋਂ ਉੱਥੇ ਪ੍ਰੈਸ ਕਾਨਫਰੰਸ ਕਰ ਰਹੇ ਸੀ ਤਾਂ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਆਖਿਆ ਕਿ 300 ਯੂਨਿਟ ਹੈ ਜੋ ਅਸੀਂ ਗਾਰੰਟੀ ਦਿੰਦੇ ਹਾਂ ਉਹ ਮਾਫ ਕੀਤੀ ਜਾਊਗੀ। ਪਰ ਜਦੋਂ ਕਿਸੇ ਮੀਡੀਆ ਕਰਮੀ ਨੇ ਉਹਨਾਂ ਨੂੰ ਸਵਾਲ ਕੀਤਾ ਕਿ 301 ਯੂਨਿਟ ਜੇ ਹੁੰਦੀ ਹੈ ਤਾਂ ਉਹ ਸਟੇਟਮੈਂਟ ਦਿੰਦੇ ਆ ਕਿ 301 ਯੂਨਿਟ ਦਾ ਹੀ ਬਿੱਲ ਲੱਗ ਕੇ ਆਊਗਾ। ਕੀ ਕਹਿਣਾ ਚਾਹੋਗੇ, ਕਲੈਰੀਫਿਕੇਸ਼ਨ ਕੀ ਹੈ ਇਹਦੀ? ਨਹੀਂ ਦੇਖੋ, ਉਸ 'ਚ ਇਸ ਤਰ੍ਹਾਂ ਹੈ ਕਿ ਨੋ ਡਾਊਟ ਇਹ ਜਿਹੜੀਆਂ, ਕਿਉਂਕਿ ਸਾਰਾ ਕੁਝ ਪ੍ਰੈਸ ਕਾਨਫਰੰਸ ਦੇ ਦੌਰਾਨ ਹੋਇਆ ਹੈ, ਸਾਰੀ ਦੁਨੀਆ ਨੇ ਦੇਖਿਆ, ਇਹ 'ਚ ਕੋਈ ਡਾਊਟ ਨਹੀਂ ਹੈ। ਜੋ ਇੱਕ ਤਰੀਕੇ ਦਾ ਕਨਫਿਊਜ਼ਨ ਜਾਂ ਜਿਹੜਾ ਉੱਥੇ ਕ੍ਰੀਏਟ ਹੋਇਆ, ਜਾਂ ਉਸ ਤੋਂ ਬਾਅਦ ਜਿਹੜੇ ਵਿਰੋਧੀ ਨੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਚਲਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਮੀਡੀਏਟਲੀ ਜਦੋਂ ਪਾਰਟੀ ਨੇ ਮਹਿਸੂਸ ਕੀਤਾ ਕਿ ਇਸ ਤਰੀਕੇ ਦਾ ਕਨਫਿਊਜ਼ਨ ਹੈ ਜਿਹੜਾ ਉਹ ਕ੍ਰੀਏਟ ਕੀਤਾ ਜਾ ਰਿਹਾ, ਉਸ ਤੋਂ ਇਮੀਡੀਏਟਲੀ ਮਗਰੋਂ ਭਗਵੰਤ ਮਾਨ ਜੀ ਨੇ, ਰਾਘਵ ਚੱਡਾ ਜੀ ਹੁਣਾਂ ਨੇ ਕਲੀਅਰ ਕਰ ਦਿੱਤਾ ਸੀਗਾ ਕਿ ਜੇ 300 ਯੂਨਿਟ ਪਰ ਮੰਥ ਤੋਂ ਉੱਪਰ ਜਿੰਨੇ ਯੂਨਿਟ ਆਉਣਗੇ ਉਨੇ ਦਾ ਹੀ ਬਿੱਲ ਆਏਗਾ। ਉਹਨਾਂ ਨੇ ਨਾਲ ਦੀ ਨਾਲ ਕਲੀਅਰ ਕਰ ਦਿੱਤਾ ਸੀਗਾ। ਪਰ ਹਾਂ, ਡੈਫੀਨੇਟਲੀ ਮੈਂ ਤੁਹਾਡੀ ਇਸ ਗੱਲ ਦੇ ਨਾਲ ਸਹਿਮਤ ਹਾਂ। ਜਿਹੜੀ ਤੁਸੀਂ ਕਨਫਿਊਜ਼ਨ ਦੀ ਗੱਲ ਕੀਤੀ, ਉਹ ਜੋ ਕਨਫਿਊਜ਼ਨ, ਕਿਉਂਕਿ ਹੋਰ ਤਾਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਕੋਲ ਕੋਈ ਹੁੰਦਾ ਨਹੀਂ ਹੈਗਾ, ਉਹ ਸਿਰਫ ਔਰ ਸਿਰਫ ਉਹਨਾਂ ਨੇ ਕਨਫਿਊਜ਼ਨ ਸੋਸ਼ਲ ਮੀਡੀਆ ਜ਼ਰੀਏ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਇਮੀਡੀਏਟਲੀ ਅਰਵਿੰਦ ਜੀ ਦੀ ਪੀਸੀ ਤੋਂ ਬਾਅਦ ਰਾਘਵ ਚੱਡਾ ਔਰ ਭਗਵੰਤ ਮਾਨ ਨੇ ਕਲੀਅਰ ਕਰ ਦਿੱਤਾ ਸੀ। ਸਰ, ਇੱਕ ਗੱਲ ਕਹੀ ਜਾਂਦੀ ਹੈ ਕਿ ਅਰਵਿੰਦ ਕੇਜਰੀਵਾਲ ਕਹਿੰਦੇ ਕਿ ਅਸੀਂ ਬਾਕੀ ਲੀਡਰਾਂ ਨਾਲੋਂ ਵੱਖਰੀ ਸਿਆਸਤ ਕਰਦੇ ਹਾਂ, ਤੇ ਵੱਖਰੀ ਸਿਆਸਤ ਕਿੱਥੋਂ ਆਏਗੀ? ਕਿਉਂਕਿ ਸਾਡੇ ਪੰਜਾਬ 'ਚ ਆਟਾ ਦਾਲਾਂ ਸਕੀਮਾਂ ਚੱਲ ਪੈਂਦੀਆਂ ਨੇ। ਇਹ ਹੁੰਦਾ ਕਿ ਲੋਕਾਂ ਨੂੰ ਆਤਮ ਨਿਰਭਰ ਨਹੀਂ ਬਣਾਉਣਾ, ਅਸੀਂ ਆਟਾ ਦਾਲ, ਕੋਈ ਖੰਡ ਕਹਿ ਦਿੰਦਾ, ਕੋਈ ਚਾਹ ਪੱਤੀ ਕਹਿ ਦਿੰਦਾ। ਕਾਂਗਰਸ ਦੇ ਵੱਲੋਂ ਚਾਹ ਪੱਤੀ ਦੀ ਵੀ ਪੇਸ਼ਕਸ਼ ਰੱਖ ਦਿੱਤੀ ਗਈ ਸੀ, ਤੇ 300 ਯੂਨਿਟ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਕਿ ਲੋਕਾਂ ਨੂੰ ਆਤਮ ਨਿਰਭਰ ਬਣਾਉਣ ਦੇ ਵਿੱਚ ਠੱਲ ਪਾ ਰਹੀ ਹੈ? ਨਹੀਂ, ਤੁਸੀਂ ਦੋ ਚੀਜ਼ਾਂ ਨੂੰ ਮਿਕਸ ਨਾ ਕਰੋ। ਨੰਬਰ ਇੱਕ ਤਾਂ ਹੁੰਦਾ ਆਤਮ ਨਿਰਭਰ ਬਣਾਉਣਾ। ਆਤਮ ਨਿਰਭਰ ਬਣਨਗੇ ਜਦੋਂ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ, ਰੋਜ਼ਗਾਰ ਮਿਲੇਗਾ, ਇੰਡਸਟਰੀ ਆਏਗੀ, ਵਪਾਰੀ ਰੋਜ਼ਗਾਰ ਪੈਦਾ ਕਰਨਗੇ, ਉਹਦੇ ਨਾਲ ਆਤਮ ਨਿਰਭਰ ਬਣਾਇਆ ਜਾਏਗਾ। ਜਦੋਂ ਬਾਘੇ ਪੁਰਾਣੇ ਦੀ ਰੈਲੀ ਸੀਗੀ, ਅਰਵਿੰਦ ਕੇਜਰੀਵਾਲ ਜੀ ਨੇ ਉੱਥੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਸੀਗਾ ਕਿ ਚਾਹੇ ਵਾਅਦਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀਗਾ ਜਿਹੜਾ ਕਿ ਝੂਠਾ ਨਿਕਲਿਆ, ਫਾਰਮ ਭਰਾਏ ਗਏ ਸੀਗੇ, ਘਰ ਘਰ ਕਾਰਡ ਵੰਡੇ ਗਏ ਸੀਗੇ, ਤੁਸੀਂ ਉਹ ਕਾਰਡ ਲੈ ਕੇ ਆਏ ਹੋ, ਸਾਡੇ ਕੋਲ 2022 ਦੇ ਵਿੱਚ ਸਰਕਾਰ ਬਣ ਜਾਂਦੀ ਹੈ ਤਾਂ ਅਸੀਂ ਤੁਹਾਨੂੰ ਜੌਬ ਦੇਵਾਂਗੇ, ਅਸੀਂ ਤੁਹਾਨੂੰ ਆਪਦੇ ਪੈਰਾਂ ਦੇ ਉੱਪਰ ਖੜੇ ਕਰਾਂਗੇ। ਦੈਟ ਮੀਨਸ ਕਿ ਸਭ ਤੋਂ ਪਹਿਲਾਂ ਇਹ ਤਾਂ ਦੂਜੀ ਵਾਰੀ ਚਲੋ ਆਏ ਨੇ, ਕੋਈ ਪੰਜਾਬ ਦੇ ਬਾਰੇ ਵਿਜ਼ਨ ਦੇ ਕੇ ਗਏ ਨੇ, ਪਰ ਬਾਘੇ ਪੁਰਾਣੇ ਦੀ ਰੈਲੀ ਦੇ ਵਿੱਚ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਸੈਲਫ ਡਿਪੈਂਡੈਂਟ, ਆਤਮ ਨਿਰਭਰ ਬਣਾਉਣ ਦਾ, ਆਪਦੇ ਪੈਰਾਂ ਤੇ ਖੜੇ ਕਰਨ ਦਾ ਆਪਦਾ ਏਜੰਡਾ ਹੈ ਜਿਹੜਾ ਉਹ ਆਲਰੇਡੀ ਦੱਸ ਚੁੱਕੇ ਨੇ। ਦੂਜੀ ਗੱਲ ਜਿਹੜੀ ਤੁਸੀਂ ਕੀਤੀ, ਆਟਾ ਦਾਲ ਹੋ ਗਈ ਜਾਂ ਫ੍ਰੀ ਬਿਜਲੀ ਹੋ ਗਈ, ਮੈਂ ਤੁਹਾਡੀ ਗੱਲ ਦੇ ਨਾਲ 100% ਸਹਿਮਤ ਹਾਂ ਕਿ ਇੱਕ ਤਰੀਕੇ ਦੀਆਂ ਫ੍ਰੀਬੀਜ਼ ਦੀਆਂ ਜਿਹੜੀਆਂ ਮੁਫਤਖੋਰੀ ਦੀ ਰਾਜਨੀਤੀ ਹੈ, ਜਿਹੜੀ ਤੁਸੀਂ ਜਿਸ ਪੁਆਇੰਟ ਤੇ ਆਉਣਾ ਚਾਹ ਰਹੇ ਹੋ, ਉਹ ਅੱਜ ਪੂਰੇ ਇਕੱਲੇ ਪੰਜਾਬ ਦੇ ਵਿੱਚ, ਪੂਰੇ ਮੁਲਕ ਦੇ ਵਿੱਚ ਪ੍ਰਚਲਿਤ ਹੋਈ ਹੈ। ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਚਾਹੇ ਸੈਂਟਰਲ ਗਵਰਨਮੈਂਟ ਹੋਵੇ, ਕੋਈ ਨਰੇਗਾ ਦੀ ਗੱਲ ਕਰਦਾ, ਕੋਈ ਆਟਾ ਦਾਲ ਦੀ ਗੱਲ ਕਰਦਾ, ਕੋਈ ਕਾਸੇ ਦੀ ਗੱਲ ਕਰਦਾ, ਇਵੇਂ ਜਿਵੇਂ ਪੰਜਾਬ ਦੇ ਵਿੱਚ ਚੱਲ ਰਿਹਾ। ਪਰ ਨਾਲ ਹੀ ਇਹ ਵੀ ਤਾਂ ਚੀਜ਼ ਦੇਖੋ ਨਾ ਜੀ ਤੁਸੀਂ ਕਿ ਜੇ ਲੀਡਰਾਂ ਨੂੰ, ਜੇ ਅਫਸਰਾਂ ਨੂੰ ਬਿਜਲੀ ਮਾਫ ਹੋ ਸਕਦੀ ਹੈ, ਜੇ ਉਹਨਾਂ ਨੂੰ ਮੈਡੀਕਲ ਹੈਲਥ ਸਹੂਲਤਾਂ ਸਾਡੇ ਵਰਗੇ MLA MPs ਨੂੰ ਜੇ ਹੋ ਸਕਦੀਆਂ ਨੇ, ਤੇ ਫਿਰ ਕੀ ਉਹਨਾਂ ਦੇ ਉੱਪਰ ਆਮ ਲੋਕਾਂ ਦਾ ਹੱਕ ਨਹੀਂ ਹੈ? ਦੇਖੋ, ਮੈਂ ਮੰਨ ਕੇ ਚੱਲਦਾ, ਬਾਕੀ ਤਾਂ ਹਰੇਕ ਬੰਦੇ ਦੀ ਆਪੋ ਆਪਣੀ ਸੋਚ ਹੁੰਦੀ ਹੈ, ਮੈਂ ਮੰਨ ਕੇ ਚੱਲਦਾ ਕਿ ਜੇ ਖਜ਼ਾਨੇ ਦੇ ਉੱਪਰ ਸਭ ਤੋਂ ਵੱਧ ਕਿਸੇ ਦਾ ਹੱਕ ਹੁੰਦਾ ਤਾਂ ਉਹ ਜਿਹੜਾ ਵਿਚਾਰਾ ਸਹੀ ਮਾਇਨੇ ਦੇ ਵਿੱਚ ਗਰੀਬ ਹੈ, ਹੱਕਦਾਰ ਹੈ, ਉਹਦਾ ਹੋਣਾ ਚਾਹੀਦਾ। ਉਸ ਤੋਂ ਬਾਅਦ ਨੇ ਜਿਹੜੇ ਨੋ ਡਾਊਟ ਜਿਹੜੇ ਸਬਸਿਡੀਜ਼, ਕ੍ਰਾਸ ਸਬਸਿਡੀਜ਼ ਵਾਲਾ ਕੰਮ ਚੱਲਦਾ, ਇੱਕ ਸੈਕਸ਼ਨ ਖਜ਼ਾਨਾ ਚਲਾਉਂਦਾ, ਦੂਜਾ ਸੈਕਸ਼ਨ ਦੇ ਉੱਪਰ ਸਰਕਾਰ ਨੂੰ ਜਿਹੜਾ ਸਿਵਲ ਸੁਸਾਇਟੀ ਦੇ ਵਿੱਚ, ਜਿਹੜੇ ਸੋਸ਼ਲ ਸੈਕਟਰ ਦੇ ਵਿੱਚ ਉਹਨਾਂ ਨੂੰ ਦੇਣਾ ਪੈਂਦਾ ਹੈ। ਸੋ ਇਸ ਕਰਕੇ ਮੈਂ ਨਹੀਂ ਮੰਨਦਾ। ਔਰ ਇਹ ਜੇ ਤਾਂ ਹੋਵੇ ਨਾ ਵੀ ਜਿਹੜੀ 300 ਯੂਨਿਟ ਦੀ ਉਹਨਾਂ ਨੇ ਗੱਲ ਕੀਤੀ ਹੈ, ਇਹ ਲੋਕਾਂ ਦੇ ਉੱਪਰ ਬੋਝ ਪਾ ਕੇ ਦਿੱਤੀ ਜਾਏਗੀ, ਨਾ। ਸਾਡਾ ਏਜੰਡਾ ਬੜਾ ਕਲੀਅਰ ਹੈ ਕਿ ਅੱਜ ਦੀ ਘੜੀ ਤਕਰੀਬਨ 5 ਤੋਂ ਲੈ ਕੇ 7,000 ਕਰੋੜ ਦਾ ਖਜ਼ਾਨੇ ਨੂੰ ਚੂਨਾ, ਖਜ਼ਾਨੇ ਨੂੰ ਠੱਗੀ, ਖਜ਼ਾਨੇ ਦੇ ਨਾਲ ਚੋਰੀ ਵੱਜ ਰਹੀ ਹੈ ਬਿਜਲੀ ਸੈਕਟਰ ਦੇ ਵਿੱਚ। ਸਿਰਫ ਔਰ ਸਿਰਫ ਜਿਹੜਾ ਇਹਨਾਂ 3 ਥਰਮਲ ਪ੍ਰਾਈਵੇਟ ਪਲਾਂਟਾਂ ਦੀ ਗੱਲ ਕਰ ਲਓ, ਇਹਨਾਂ ਦੇ ਜ਼ਰੀਏ ਹੋਰ ਵੀ ਕਈ ਚੀਜ਼ਾਂ ਨੇ ਜਿਹਦੀ ਵਜ੍ਹਾ ਕਰਕੇ ਇਹ ਪੈਸਾ ਜਾਂ ਇਹਨਾਂ ਥਰਮਲ ਵਾਲਿਆਂ ਦੀ ਜੇਬ 'ਚ ਜਾਂਦਾ ਹੈ, ਮਾਫੀਆ ਦੀ ਜੇਬ ਜਾਂਦਾ ਹੈ, ਲੀਡਰਾਂ ਦੇ ਜੇਬ 'ਚ ਜਾਂਦਾ ਹੈ, ਜਾਂ ਅਫਸਰਾਂ ਦੀ ਜੇਬ 'ਚ ਜਾਂਦਾ ਹੈ। ਜੇ ਉਹੀ ਤਕਰੀਬਨ 6-7 ਕਰੋੜ ਬਚਾ ਕੇ ਇਸੇ ਸੈਕਟਰ ਤੋਂ, ਇਸੇ ਸੈਕਟਰ ਦੇ ਜਿਹੜੇ ਲੋਕ ਨੇ, 95 ਲੱਖ ਕੰਜ਼ਿਊਮਰ ਹੈ ਪੰਜਾਬ ਦੇ ਵਿੱਚ, ਉਹਦੇ 'ਚੋਂ ਤਕਰੀਬਨ 70-80% ਹੈ ਜਿਹੜਾ, ਯਾਨੀ ਕਿ ਤਕਰੀਬਨ 70-72 ਲੱਖ ਲੋਕਾਂ ਨੂੰ ਜੇ ਉਹੀ ਪੈਸਾ ਪਹੁੰਚਾ ਦਿੱਤਾ ਜਾਂਦਾ ਤੇ ਇਹ 'ਚ ਹਰਜ਼ ਕੀ ਹੈ? ਹੁਣ ਉਹ ਚੰਦ ਕੁ ਬੰਦਿਆਂ ਕੋਲੇ ਜਾ ਰਿਹਾ ਹੈ। ਪਰ ਇਹਦੇ 'ਚ ਐਂ ਤਾਂ ਨਹੀਂ ਹੋਊਗਾ ਜਿਵੇਂ ਹੁਣ ਕਾਂਗਰਸ ਆਈ, ਕਾਂਗਰਸ ਕਹਿੰਦੀ ਹੈ ਕਿ ਸਾਡਾ ਖਜ਼ਾਨਾ ਖਾਲੀ ਹੈ, 10 ਸਾਲ ਪਹਿਲਾਂ ਅਕਾਲੀਆਂ ਨੇ ਉਹ ਖਜ਼ਾਨਾ ਖਾਲੀ ਕਰਕੇ ਰੱਖਤਾ, ਫਿਰ ਤੁਸੀਂ ਕਿਤੇ ਇਹ ਆਰੋਪ ਲਗਾਓ ਕਿ ਪਹਿਲਾਂ ਤਾਂ ਜੀ ਕਾਂਗਰਸ ਰਹੀ ਹੈ, ਉਦੋਂ ਪਹਿਲਾਂ ਅਕਾਲੀ ਦਲ ਰਿਹਾ, ਸਾਡਾ
ਖਜ਼ਾਨਾ ਖਾਲੀ ਹੈ। ਦੇਖੋ ਕਿਤੇ ਇਹ ਗੱਲ ਹੋਵੇ ਕਿ ਵਾਅਦਿਆਂ ਦੇ ਵਿੱਚ ਸੁਣੋ ਭਾਈ ਸਾਹਿਬ, ਇਹ ਤਾਂ ਦੇਖੋ ਤੁਹਾਡੇ ਮਨ ਦਾ ਵਹਿਮ ਹੈ। ਤੁਸੀਂ ਉਹ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਜਾਂ ਰਾਹ ਪੈ ਜਾਣੀ ਹੈ ਜਾਂ ਵਾਹ ਪੈ ਜਾਣੀ ਹੈ, ਤੁਸੀਂ ਸਾਨੂੰ ਪਰਤਿਆਏ ਬਗੈਰ, ਤੁਸੀਂ ਸਾਨੂੰ ਵਰਤੇ ਬਗੈਰ, ਕਿਉਂਕਿ ਬਾਕੀ ਸਰਕਾਰਾਂ ਵੀ ਇਹੀ ਕਰਦੀਆਂ ਤੁਸੀਂ ਬਾਕੀ, ਮੈਂ ਇਹੀ ਤਾਂ ਗੱਲ ਕਹਿ ਰਿਹਾ ਨਾ ਕਿ ਜੇ ਬਾਕੀਆਂ ਨੇ ਠੱਗੀ ਠੋਰੀ ਮਾਰ ਲਈ, ਚੋਰੀ ਕਰ ਲਈ, ਤੇ ਤੁਸੀਂ ਪਹਿਲਾਂ ਹੀ, ਹੁਣ ਇਹ ਤਾਂ ਤੁਹਾਡੀ ਮਰਜ਼ੀ ਹੈ, ਪੰਜਾਬ ਦੇ ਲੋਕਾਂ ਦੀ ਮਰਜ਼ੀ ਹੈ ਕਿ ਸਾਨੂੰ ਪਰਤਿਆਏ ਬਗੈਰ ਸਾਡੇ ਤੇ ਸ਼ੱਕ ਕਰਨਾ ਹੈ ਜਾਂ ਸਾਡੇ ਤੇ ਇੱਕ ਵਾਰੀ ਵਿਸ਼ਵਾਸ ਕਰਕੇ ਦੇਖਣਾ ਹੈ। 70 ਸਾਲ ਉਹਨਾਂ ਤੇ ਤਾਂ ਕਰ ਲਿਆ ਪੰਜਾਬ ਦੇ ਲੋਕਾਂ ਨੇ, ਕਿੱਥੇ ਖੜੇ ਅੱਜ ਤੁਹਾਡੇ ਤੇ ਪੰਜਾਬ ਦੇ ਸਾਹਮਣੇ ਆ। 5 ਸਾਲ ਨੇ, ਇਹ ਕੋਈ ਕੁੰਭ ਦਾ ਮੇਲਾ ਥੋੜੀ ਹੈ ਵੀ 14 ਸਾਲ ਮੁੜ ਕੇ ਨਹੀਂ ਆਉਣਾ ਹੈਗਾ। ਜੇ ਨਹੀਂ ਕਰਾਂਗੇ ਤੇ ਫਿਰ ਭਾਈ ਫਿਰ ਪਲਟ ਲਿਓ, ਫਿਰ ਤਾਂ ਹੁਣ ਤਾਂ ਉੱਤਰ ਕਾਟੋ ਮੈਂ ਚੜਾ, 70 ਸਾਲਾਂ ਦਾ ਚੱਲ ਹੀ ਰਿਹਾ ਨਾ ਜੀ। ਜੇ ਆਮ ਆਦਮੀ ਪਾਰਟੀ ਔਰ ਅਰਵਿੰਦ ਕੇਜਰੀਵਾਲ ਜੇ ਦਿੱਲੀ ਦਾ ਬਜਟ ਹੈ 31,000 ਕਰੋੜ ਤੋਂ ਵਧਾ ਕੇ 5 ਸਾਲਾਂ 60,000 ਕਰੋੜ ਤੇ ਕਰ ਸਕਦੇ ਨੇ, ਟੈਕਸ ਘਟਾਉਣ ਤੋਂ ਬਾਅਦ, ਤੇ ਫਿਰ ਪੰਜਾਬ ਦਾ ਕਿਉਂ ਨਹੀਂ ਹੋ ਸਕਦਾ? ਪੰਜਾਬ ਦਾ ਤਾਂ ਬੜੇ ਆਰਾਮ ਦੇ ਨਾਲ ਜਿੰਨਾ ਹੁਣ ਬਜਟ ਹੈ ਇਸ ਤੋਂ ਡਬਲ ਹੈ ਜਿਹੜਾ ਹੋ ਸਕਦਾ ਹੈ, ਪਰ ਕਰਦੇ ਨਹੀਂ ਹੈ ਕਿਉਂਕਿ ਜਿੰਨਾ ਮਹਿਕਮਿਆਂ ਦੇ ਵਿੱਚੋਂ ਪੈਸਾ ਆਉਣਾ ਹੈ ਉਹਨਾਂ ਦੇ ਮਹਿਕਮਿਆਂ ਦੇ ਸਾਰੇ ਘਾਰੇ ਨੇ ਜਿਹੜੇ ਮੋਗੇ ਨੇ ਉਹ ਇਹਨਾਂ ਨੇ ਆਪਦੇ ਘਰਾਂ ਵੱਲ ਖੋਲੇ ਹੋਏ ਨੇ। ਇੱਕ ਅਮਨ ਅਰੋੜਾ ਜੀ, ਹੋਰ ਆਪਾਂ ਅਗਲੇ ਸਵਾਲ ਵੱਲ ਵਧੀਏ ਕਿ ਪਿਛਲੇ ਦਿਨੀ ਜਦੋਂ ਅਰਵਿੰਦ ਕੇਜਰੀਵਾਲ ਆਉਂਦੇ ਨੇ ਉਹ ਕਹਿੰਦੇ ਆ ਕਿ ਕੋਈ ਸਿੱਖ ਚਿਹਰਾ ਹੋਊਗਾ ਪੰਜਾਬ ਦਾ ਜੋ ਸੀਐਮ ਹੋਊਗਾ। ਬੀਜੇਪੀ ਜੇਕਰ ਯੂਪੀ ਦੀ ਗੱਲ ਕਰੀਏ ਉੱਥੇ ਉਹਨਾਂ ਨੂੰ ਇੱਕ ਹਿੰਦੂ ਚਿਹਰਾ ਚਾਹੀਦਾ ਸੀ, ਤੇ ਜੇਕਰ ਅਕਾਲੀ ਦਲ ਦੀ ਕਰ ਲਈਏ ਉਹ ਕਹਿੰਦੇ ਸਾਨੂੰ ਇੱਕ ਦਲਿਤ ਚਿਹਰਾ ਡਿਪਟੀ ਸੀਐਮ ਹੋਊਗਾ। ਫਿਰ ਕੇਜਰੀਵਾਲ ਤਾਂ ਇਹ ਕਹਿੰਦੇ ਅਸੀਂ ਵੱਖਰੀ ਸਿਆਸਤ ਕਰਨੀ ਹੈ। ਫਿਰ ਇਹ ਵੱਖਰੀ ਸਿਆਸਤ ਕਿਉਂ ਰਹਿ ਗਈ ਕਿ ਅਸੀਂ ਨੀਤੀਆਂ ਤੇ ਰਾਜਨੀਤੀ ਨਹੀਂ ਕਰਦੇ ਹੈਗੇ, ਅਸੀਂ ਚਿਹਰਿਆਂ ਤੇ ਰਾਜਨੀਤੀ ਕਰਦੇ ਹਾਂ। ਇਹ ਫਿਰ ਜਿਹੜੇ ਆਮ ਆਦਮੀ ਪਾਰਟੀ ਉਹ ਵੱਖ ਕਿਵੇਂ ਹੋ ਸਕਦੀ ਹੈ ਬਾਕੀ ਪਾਰਟੀਆਂ ਦੇ ਨਾਲੋਂ ਜੇਕਰ ਉਹੀ ਸਿਆਸਤ ਕਰ ਰਹੀ ਹੈ? ਦੇਖੋ ਇਸ ਤਰ੍ਹਾਂ ਹੈ ਕਿ ਨੰਬਰ 1 ਆਮ ਆਦਮੀ ਪਾਰਟੀ ਔਰ ਅਰਵਿੰਦ ਕੇਜਰੀਵਾਲ ਜੀ, ਅਸੀਂ ਸਾਰੇ ਲੋਕ ਅਸੀਂ 100% ਸੈਕੂਲਰ ਹਾਂ। ਇਹ ਕੱਲਮ ਕੱਲੀ ਇੱਕੋ ਐਗਜ਼ਾਮਪਲ ਹੋਏਗੀ ਪੂਰੇ ਇੰਡੀਆ ਦੇ ਇਤਿਹਾਸ ਦੇ ਵਿੱਚ ਕਿ ਜਦ ਦਿੱਲੀ ਦੇ ਸ਼ਾਹੀ ਇਮਾਮ ਨੇ ਚੋਣਾਂ ਦੇ ਵਿੱਚ ਕਿਹਾ ਕਿ ਸਾਰੇ ਦੇ ਸਾਰੇ ਮੁਸਲਮਾਨ ਨੇ ਜਿਹੜੇ ਉਹ ਅਰਵਿੰਦ ਕੇਜਰੀਵਾਲ ਨੂੰ ਵੋਟਾਂ ਪਾਉਣ, ਤੇ ਅੱਧੇ ਘੰਟੇ 'ਚ ਅਰਵਿੰਦ ਕੇਜਰੀਵਾਲ ਜੀ ਨੇ ਹੱਥ ਜੋੜ ਕੇ ਕਹਿਤਾ ਸੀਗਾ ਕਿ ਨਹੀਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਸਾਨੂੰ ਸਾਡੇ ਕਿਸੇ ਧਰਮ ਮਜ਼ਹਬ ਦੇ ਨਾਂ ਦੇ ਉੱਪਰ ਵੋਟਾਂ ਨਹੀਂ ਚਾਹੀਦੀਆਂ, ਸਾਨੂੰ ਸਾਡੇ ਕੰਮ ਦੇ ਨਾਂ ਤੇ ਵੋਟ ਚਾਹੀਦੀ ਹੈ। ਇਹ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਔਰ ਅਰਵਿੰਦ ਕੇਜਰੀਵਾਲ ਹੀ ਕਰ ਸਕਦੇ। ਨੰਬਰ 1 ਸੁਣ ਤਾਂ ਲਓ ਗੱਲ ਨੂੰ, ਮੇਰੀ ਪੂਰੀ ਹੋਣ ਦਿਓ। ਨੰਬਰ 2, ਜੇ ਮੇਰੀ ਜ਼ਾਤੀ ਤੌਰ ਤੇ ਤੁਸੀਂ ਗੱਲ ਕਰਦੇ ਹੋ ਤਾਂ ਮੈਂ ਵੀ ਆਪਦੀ ਪਾਰਟੀ ਦੀ ਤਰ੍ਹਾਂ ਔਰ ਲੱਖਾਂ ਪੰਜਾਬੀਆਂ ਦੀ ਤਰ੍ਹਾਂ, ਕਰੋੜਾਂ ਪੰਜਾਬੀਆਂ ਦੀ ਤਰ੍ਹਾਂ 100% ਸੈਕੂਲਰ ਆ। ਮੈਂ ਮੰਨ ਕੇ ਚੱਲਦਾ ਕਿ ਕ੍ਰਾਈਟੇਰੀਆ ਜਿਹੜਾ ਉਹ ਕੰਪੀਟੈਂਸ ਹੋਣੀ ਚਾਹੀਦੀ ਹੈ। ਉਹ ਧਰਮ ਮਜ਼ਹਬ ਜਾਤ ਪਾਤ ਹਿੰਦੂ ਮੁਸਲਮਾਨ ਸਿੱਖ ਈਸਾਈ ਦਲਿਤ ਉਹ ਨਹੀਂ ਹੋਣਾ ਚਾਹੀਦਾ ਹੈਗਾ। ਪੰਜਾਬ ਇੱਕ ਉਹ ਸਟੇਟ ਹੈ ਜਿਹੜੀ ਕਿ ਦੁਨੀਆ ਮੁਲਕ ਦੇ ਵਿੱਚ ਸਾਰਿਆਂ ਨਾਲੋਂ ਵੱਧ ਸੈਕੂਲਰ ਹੈ। ਅੱਜ ਤੱਕ ਇੱਥੇ ਜੇ ਆਪਾਂ ਕਾਲੇ ਦੌਰ ਦੀ ਗੱਲ ਵੀ ਕਰ ਲਈਏ ਕਿ ਜਦੋਂ 35,000 ਹਿੰਦੂ ਸਿੱਖ ਮੁਸਲਿਮ ਸਾਰੇ ਅੱਤਵਾਦ ਦੇ ਦੌਰ ਦੇ ਵਿੱਚ ਮਾਰੇ ਗਏ, ਅੱਜ ਵੀ ਇੰਨੀਆਂ ਜਾਨਾਂ ਗਵਾਉਣ ਤੋਂ ਬਾਅਦ ਵੀ ਅੱਜ ਜੇ ਆਪਾਂ ਗੱਲ ਕਰ ਲਈਏ ਹਿੰਦੂ ਸਿੱਖ ਮੁਸਲਮਾਨ ਘਿਓ ਖਿਚੜੀ ਦੀ ਤਰ੍ਹਾਂ 9 ਮਾਸ ਦੀ ਤਰ੍ਹਾਂ ਰਿਸ਼ਤਾ ਜਿਹੜਾ ਉਹ ਪੰਜਾਬ ਦੇ ਲੋਕਾਂ ਦਾ ਹੈਗਾ। ਕੰਪੀਟੈਂਸ ਇੱਕੋ ਇੱਕ ਕ੍ਰਾਈਟੇਰੀਆ ਹੋਣਾ ਚਾਹੀਦਾ ਹੈ। ਪਰ ਹਾਂ, ਮੈਂ ਕਿਉਂਕਿ ਮੇਰੇ ਲੀਡਰ ਅਰਵਿੰਦ ਕੇਜਰੀਵਾਲ ਜੀ ਜੋ ਗੱਲ ਕਹਿ ਕੇ ਗਏ ਨੇ ਉਹਨਾਂ ਦੀ ਵੀ ਸੋਚ ਇਹੀ ਹੈ। ਉਹਨਾਂ ਦਾ ਲੌਜਿਕ ਇਹ ਹੈ ਕਿ ਪੂਰੀ ਦੁਨੀਆ ਦੇ ਵਿੱਚ ਜੇ ਹੁਣ ਆਪਾਂ ਪੰਜਾਬੀਆਂ ਦੀ ਗੱਲ ਕਰ ਲਈਏ, ਆਪਾਂ ਸਿੱਖਾਂ ਦੀ ਗੱਲ ਕਰ ਲਈਏ, ਚਾਹੇ ਤਾਂ ਲੜਾਈ ਮੁਗਲਾਂ ਨਾਲ ਲੜਨ ਦੀ ਗੱਲ ਹੋਵੇ, ਚਾਹੇ ਲੜਾਈ ਅੰਗਰੇਜ਼ਾਂ ਨਾਲ ਲੜਨ ਦੀ ਗੱਲ ਹੋਵੇ, ਚਾਹੇ ਦੇਸ਼ ਨੂੰ ਜਦੋਂ ਭੁੱਖਾ ਮਾਰਿਆ ਸੀਗਾ ਉਹਦਾ ਢਿੱਡ ਭਰਨ ਦੀ ਗੱਲ ਹੋਵੇ, ਚਾਹੇ ਬਾਰਡਰਾਂ ਦੇ ਉੱਪਰ ਸ਼ਹਾਦਤਾਂ ਦੇਣ ਦੀ ਗੱਲ ਹੋਵੇ, ਚਾਹੇ ਆਜ਼ਾਦੀ ਦੀ ਲੜਾਈ ਹੋਵੇ, ਪੰਜਾਬੀਆਂ ਦਾ ਔਰ ਸਿੱਖਾਂ ਦਾ ਉਹਦੇ ਵਿੱਚ ਬਹੁਤ ਵੱਡੀ ਕੰਟਰੀਬਿਊਸ਼ਨ ਰਹੀ ਹੈ। ਤੇ ਪੂਰੀ ਪੰਜਾਬ ਦੇ ਵਿੱਚ ਇੱਕੋ ਇੱਕ ਸਟੇਟ ਇਹੋ ਜਿਹੀ ਹੈ ਕਿ ਜਿੱਥੇ ਸਿੱਖ ਚੀਫ ਮਿਨਿਸਟਰ ਹੋ ਸਕਦਾ ਹੈ। ਠੀਕ ਹੈ ਨਾ, ਇਸ ਪਰਪਸ ਦੇ ਨਾਲ, ਇਸ ਮਕਸਦ ਦੇ ਨਾਲ ਉਹਨਾਂ ਨੇ ਇਹ ਗੱਲ ਹੈ ਜਿਹੜੀ ਉਹ ਕਹੀ ਹੈ। ਬਟ ਦੈਟ ਡਜ਼ ਨਾਟ ਮੀਨ ਕਿ ਕੋਈ ਇਨਕੰਪੀਟੈਂਟ ਬੰਦਾ ਸਿਰਫ ਔਰ ਸਿਰਫ ਸਿੱਖ ਹੋਣ ਕਰਕੇ ਮੁੱਖ ਮੰਤਰੀ ਬਣ ਜਾਊਗਾ, ਇਹ ਜਾਇਜ਼ ਨਹੀਂ ਹੈ। ਪਲੀਜ਼ ਟਰਾਈ ਟੂ ਅੰਡਰਸਟੈਂਡ। ਹੁਣ ਤੱਕ 1965-66 ਦੇ ਵਿੱਚ ਪੰਜਾਬੀ ਸੂਬਾ ਬਣਿਆ, ਉਦੋਂ ਤੱਕ ਜਿਨ੍ਹਾਂ ਨੇ ਰੌਲਾ ਪਾਇਆ ਵੀ ਹਾਂ ਪੰਜਾਬੀ ਸੂਬਾ ਅੱਡ ਹੋਣਾ ਚਾਹੀਦਾ ਹੈ, ਅੱਜ ਜਿਹੜੇ ਸੂਬੇ ਪੰਜਾਬ ਤੋਂ ਅੱਡ ਹੋਏ ਅੱਜ ਉਹ ਪੰਜਾਬ ਤੋਂ ਅੱਗੇ ਨਿਕਲ ਗਏ। ਜਿਹੜੇ ਪੰਜਾਬੀ ਸੂਬੇ ਦੀ ਗੱਲ ਕੀਤੀ ਸੀ ਉਹਨਾਂ ਨੇ ਤੇ ਜਿਨ੍ਹਾਂ ਨੇ ਉਹਦੇ ਉੱਪਰ ਰਾਜ ਕੀਤਾ ਹੈ, ਕਿਹੜੇ ਪਾਸੇ ਵੱਲ ਨੂੰ ਲੈ ਗਈ ਜੀ ਪੰਜਾਬ? ਅੱਜ ਪੰਜਾਬ ਦੋ ਗੱਲਾਂ ਲਈ ਜਾਣਿਆ ਜਾਂਦਾ ਸੀਗਾ, ਇੱਕ ਸਿੱਖੀ ਲਈ, ਦੂਜਾ ਕਿਸਾਨੀ ਲਈ। ਤੇ ਜਿਹੜੇ ਆਪਦੇ ਆਪ ਨੂੰ ਕਿਸਾਨਾਂ ਦਾ ਤੇ ਸਿੱਖੀ ਦਾ ਮਸੀਹਾ ਕਹਾਉਂਦੇ ਰਹੇ ਤੇ ਉਹਨਾਂ ਨੇ ਜਿੰਨਾ ਘਾਣ ਮੈਂ ਸਮਝਦਾ ਕਿ ਸਿੱਖੀ ਦਾ ਕਿਸਾਨੀ ਦਾ ਕੀਤਾ ਹੈ, 2-3 ਕੁ ਪਰਿਵਾਰੀ ਨੇ ਆਪਾਂ ਗਿਣ ਸਕਦੇ ਹਾਂ, ਠੀਕ ਹੈ ਨਾ, ਜਿੰਨਾ ਉਹਨਾਂ ਨੇ ਕੀਤਾ ਹੈ ਸਿਰਫ ਔਰ ਸਿਰਫ ਸਿੱਖ ਹੋਣ ਦੇ ਸਿੱਖੀ ਦੇ ਨਾਂ ਨੂੰ ਵਰਤ ਕੇ
ਕਦੇ ਕਹਿੰਦੇ ਸੀ ਪੰਥ ਖਤਰੇ 'ਚ ਹੈ, ਕਦੇ ਕਹਿੰਦੇ ਸੀ ਕਿਸਾਨਾਂ ਦਾ ਮਸੀਹਾ, ਕਦੇ ਕਹਿੰਦੇ ਸੀ ਸਿੱਖਾਂ ਦਾ ਰਹਿਬਰ। ਵਰਤਦੇ ਵਰਡ ਇਹੋ ਜਿਹੇ ਰਹੇ ਤੇ ਘਾਣ ਜੋ ਸਿੱਖੀ ਦਾ ਕੀਤਾ ਤੇ ਕਿਸਾਨੀ ਦਾ ਕੀਤਾ ਸਾਰੀ ਦੁਨੀਆ ਨੇ ਦੇਖਿਆ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ, ਵਾਟ ਆਈ ਮੀਨ ਟੂ ਸੇ, ਜੇ ਜੋ ਗੱਲ ਮੇਰੇ ਪਾਰਟੀ ਦੇ ਪ੍ਰਧਾਨ ਕਹਿ ਕੇ ਗਏ ਨੇ, ਮੈਂ ਸਮਝਦਾ ਕਿ ਉਹ ਜਾਇਜ਼ ਹੈ, ਉਹ ਲੌਜੀਕਲ ਹੈ, ਪਰ ਕੰਪੀਟੈਂਸ ਦੇ ਉੱਪਰ, ਕਾਬਲੀਅਤ ਦੇ ਨਾਲ ਕਿਸੇ ਤਰੀਕੇ ਦਾ ਸਮਝੌਤਾ ਕੋਈ ਨਹੀਂ ਹੋਊਗਾ। ਨੀਤੀਆਂ ਵੀ ਦੇਖੀਆਂ ਜਾਣਗੀਆਂ ਜ਼ਰੂਰ। ਓਬਵੀਅਸਲੀ ਨੀਅਤ ਔਰ ਨੀਤੀ ਦੇਖੀ ਜਾਊਗੀ। ਮੈਂ ਸਮਝਦਾ ਕਿ ਜੇ ਅਰਵਿੰਦ ਜੀ ਇਹ ਗੱਲ ਕਹਿ ਕੇ ਗਏ ਨੇ ਤਾਂ ਡੈਫੀਨੇਟਲੀ ਉਹਨਾਂ ਦੇ ਮਨ ਦੇ ਵਿੱਚ, ਉਹਨਾਂ ਦੇ ਦਿਲ ਦਿਮਾਗ ਦੇ ਵਿੱਚ ਕੋਈ ਨਾ ਕੋਈ ਅਜਿਹਾ ਵਿਅਕਤੀ ਸ਼ਖਸ ਹੋਏਗਾ ਜਿਹੜਾ ਕਿ ਹੋ ਸਕਦਾ ਸਿੱਖ ਸਮਾਜ ਨਾਲ ਸੰਬੰਧਿਤ ਹੋਵੇ ਪਰ ਕਾਬਲ ਹੋਵੇ। ਠੀਕ ਹੈ ਨਾ। ਸੋ ਇਸ ਕਰਕੇ ਜੇ ਅੱਜ ਅਰਵਿੰਦ ਜੀਆਂ ਨੂੰ ਵੀ ਜੇ ਪੂਰੇ ਮੁਲਕ ਦੇ, ਜੇ ਪੰਜਾਬ ਦੇ ਲੋਕ ਪਿਆਰ ਕਰਦੇ ਨੇ, ਸਤਿਕਾਰ ਕਰਦੇ ਨੇ, ਤਾਂ ਉਹਨਾਂ ਦੀ ਕਾਬਲੀਅਤ ਦੀ ਵਜ੍ਹਾ ਕਰਕੇ ਕਰਦੇ ਨੇ। ਉਹ ਇਸ ਕਰਕੇ ਨਹੀਂ ਕਰਦੇ ਕਿ ਉਹ ਕਿਸ ਧਰਮ, ਮਜ਼ਹਬ ਜਾਂ ਜਾਤ ਦੇ ਨੇ। ਅਮਨ ਜੀ, 2017 ਚ ਪੰਜਾਬ ਦੀਆਂ ਚੋਣਾਂ ਹੁੰਦੀਆਂ ਨੇ, ਉਦੋਂ ਅਰਵਿੰਦ ਕੇਜਰੀਵਾਲ ਸਾਹਿਬ ਪੰਜਾਬ ਆਉਂਦੇ ਆ ਤੇ ਉਹ ਗੱਲ ਕਰਦੇ ਆ ਕਿ SYL ਹੈ ਜੋ ਨਹਿਰ ਦਾ ਕਾਫੀ ਮੁੱਦਾ ਚੱਲਦਾ ਹੈ ਕਿ SYL ਹੈ ਜੋ ਪਾਣੀ ਆ ਉਹ ਕਿਸੇ ਸਟੇਟ ਨੂੰ ਨਹੀਂ ਦਿੱਤਾ ਜਾਊਗਾ। ਪੰਜਾਬ ਦੇ ਅਸੀਂ ਰਾਖੇ ਆ, ਅਸੀਂ ਪੰਜਾਬ ਦੇ ਹੱਕਾਂ ਦੀ ਰਾਖੀ ਕਰਾਂਗੇ। 2017 ਚ ਇਹ ਸਟੇਟਮੈਂਟ ਹੁੰਦੀ ਹੈ। ਫਿਰ 2019 ਚ ਹਰਿਆਣੇ ਦੀਆਂ ਚੋਣਾਂ ਹੁੰਦੀਆਂ ਨੇ, ਉੱਥੇ ਅਰਵਿੰਦ ਕੇਜਰੀਵਾਲ ਕਹਿੰਦੇ ਹੈ ਕਿ SYL ਬਣਨੀ ਚਾਹੀਦੀ ਹੈ। ਫਿਰ 2020 ਦੇ ਅੰਦਰ ਦਿੱਲੀ ਚ ਚੋਣਾਂ ਹੁੰਦੀਆਂ ਨੇ, ਫਿਰ ਉੱਥੇ ਅਰਵਿੰਦ ਕੇਜਰੀਵਾਲ ਸਟੇਟਮੈਂਟ ਬਦਲਦੇ, ਉਹ ਆਖਦੇ ਹੈ ਕਿ ਜੋ ਸੁਪਰੀਮ ਕੋਰਟ ਦਾ ਫੈਸਲਾ ਹੋਊਗਾ ਉਹ ਅਸੀਂ ਲਾਗੂ ਕਰਾਂਗੇ। ਫਿਰ ਇਹ ਸਟੇਟਮੈਂਟਾਂ ਬਦਲਣ ਦਾ, ਕਿਉਂਕਿ ਜਦੋਂ ਹਰਿਆਣੇ 'ਚ ਗਏ ਉਦੋਂ ਕੋਈ ਹੋਰ ਸਟੇਟਮੈਂਟ, ਪੰਜਾਬ 'ਚ ਆਏ ਹੋਰ ਸਟੇਟਮੈਂਟ, ਦਿੱਲੀ ਦੀਆਂ ਚੋਣਾਂ ਆਈਆਂ ਉਦੋਂ ਹੋਰ ਸਟੇਟਮੈਂਟ। ਦੇਖੋ ਇਸ ਤਰ੍ਹਾਂ ਹੈ ਕਿ ਤੁਹਾਡਾ ਸਵਾਲ ਹੈ ਜਿਹੜਾ ਉਹ ਬੜਾ ਜਾਇਜ਼ ਹੈ, ਬੜਾ ਵਾਜਬ ਹੈ, ਪਰ ਰਿਐਲਿਟੀ ਤੋਂ ਪਰੇ ਹੈ। ਉਹ ਰਿਐਲਿਟੀ ਤੋਂ ਪਰੇ ਕਿਵੇਂ ਹੈ? ਉਹ ਇਸ ਕਰਕੇ ਹੈ ਕਿ ਅਰਵਿੰਦ ਕੇਜਰੀਵਾਲ ਜੀ ਜਾਂ ਅਮਨ ਅਰੋੜਾ ਜਾਂ ਭਗਵੰਤ ਮਾਨ ਜਾਂ ਕੈਪਟਨ ਅਮਰਿੰਦਰ ਸਿੰਘ ਜਾਂ ਨਰਿੰਦਰ ਮੋਦੀ ਕੀ ਕਹਿੰਦੇ ਨੇ, ਉਹ ਮੈਟਰ ਨਹੀਂ ਕਰਦਾ ਹੈਗਾ। ਮੈਟਰ ਕਰਦਾ ਹੈ ਵੀ ਇਹ ਜਿਹੜੀ SYL ਦੀ ਤੁਸੀਂ ਅੱਜ ਗੱਲ ਕਰ ਰਹੇ ਹੋ, ਇਹਦੀ ਜੜ ਕਿੱਥੇ ਹੈ, ਇਹਦੀ ਨਿਉ ਕਿੱਥੋਂ ਵੱਜੀ ਸੀਗੀ। ਇਹਦੀ ਨਿਉ ਉਦੋਂ ਵੱਜੀ ਸੀਗੀ ਜਦੋਂ ਕਾਂਗਰਸ ਨੇ, ਅਕਾਲੀ ਦਲ ਨੇ, ਜੇ 1978 ਤੋਂ ਲੈ ਕੇ 1982 ਤੱਕ ਦੇ ਤੁਹਾਨੂੰ ਮੈਂ ਸਾਰੇ ਦੇ ਸਾਰੇ ਈਵੈਂਟਸ ਗਿਣਾਵਾਂ ਕੱਲੀ ਕੱਲੀ ਡੇਟ ਮੁਤਾਬਕ, ਤੇ ਤੁਹਾਨੂੰ ਕਲੈਰਿਟੀ ਹੋ ਜਾਏਗੀ ਕਿ ਕਿੱਥੇ ਕਿੱਥੇ ਕਿਹਨੇ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਦੇ ਲਈ ਤੇ ਆਪਦੀਆਂ ਪ੍ਰਾਪਰਟੀਆਂ ਖੜੀਆਂ ਕਰਨ ਦੇ ਲਈ ਕਿੱਥੇ ਕਿੱਥੇ ਕੀ ਰੋਲ ਅਦਾ ਕੀਤੇ ਨੇ। ਹੁਣ ਸਵਾਲ ਇਹ ਹੈ ਕਿ ਉਹ ਸਾਰਾ ਕੁਝ ਕਰਕੇ ਪੰਜਾਬ ਨੂੰ ਇਸ ਮੁਕਾਮ ਤੇ ਤੁਸੀਂ ਲਿਆ ਖੜੇ ਕੀਤਾ ਕਿ ਜਦ ਤੁਹਾਡੇ ਹੱਥ ਵਸੀ ਕੁਛ, ਤੁਸੀਂ ਜੋ ਮਰਜ਼ੀ ਸਟੇਟਮੈਂਟ ਦੀ, ਚਲ ਹਾਊ ਡਜ਼ ਇਟ ਮੇਕ ਅ ਡਿਫਰੈਂਸ। ਮਸਲਾ ਹੈ ਸੁਪਰੀਮ ਕੋਰਟ ਦੇ ਵਿੱਚ। ਜੇ ਜਿਹੜੇ ਹੁਣ ਇਹ ਸਵਾਲ ਅਸਲ 'ਚ ਤੁਹਾਡਾ ਨਹੀਂ ਹੈ, ਇਹ ਸਵਾਲ ਪੰਜਾਬ ਦੇ ਲੋਕਾਂ ਦਾ ਵੀ ਨਹੀਂ ਹੈ, ਨਹੀਂ ਇਹ ਲੋਕਾਂ ਦਾ ਵੀ ਨਹੀਂ ਹੈ। ਇਹ ਸਵਾਲ ਜਿਹੜਾ ਹੈਗਾ ਇਹ ਸਾਡੇ ਵਿਰੋਧੀਆਂ ਦਾ, ਕਾਂਗਰਸ ਦਾ ਤੇ ਅਕਾਲੀ ਦਲ ਦਾ। ਉਹ ਕਿਉਂ? ਉਹਨਾਂ ਕੋਲੇ ਇਸ ਗੱਲ ਦਾ ਜਵਾਬ ਹੈ ਨਹੀਂਗਾ ਕਿ ਕਿਉਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਮੁੱਖ ਮੰਤਰੀ ਹੁੰਦਿਆਂ ਨੋਟੀਫਿਕੇਸ਼ਨ ਕੀਤੀ ਸੀਗੀ 78 ਦੇ ਵਿੱਚ। ਉਹਨਾਂ ਕੋਲ ਇਸ ਗੱਲ ਦਾ ਜਵਾਬ ਨਹੀਂ ਹੈਗਾ ਕਿ ਕਿਉਂ ਹਰਿਆਣੇ ਤੋਂ 3 ਕਰੋੜ ਮੰਗੇ ਸੀਗੇ SYL ਬਣਾਉਣ ਦੇ ਲਈ। ਉਹਨਾਂ ਕੋਲੇ ਇਸ ਗੱਲ ਦਾ ਜਵਾਬ ਨਹੀਂ ਹੈਗਾ ਕਿ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਵੀ ਇਹ ਗੱਲ ਦੀ ਕਿਉਂ ਕਿਹਾ ਗਿਆ ਸੀਗਾ ਕਿ SYL ਹੈ ਜਿਹੜੀ ਉਹ ਬਣਨੀ ਚਾਹੀਦੀ ਹੈ। ਕੈਪਟਨ ਕਾਂਗਰਸ ਪਾਰਟੀ ਕੋਲੇ ਇਸ ਗੱਲ ਦਾ ਜਵਾਬ ਨਹੀਂ ਹੈ ਕਿ ਕਿਉਂ ਉਦੋਂ ਦੇ 3 ਮੁੱਖ ਮੰਤਰੀਆਂ ਤੇ ਪ੍ਰਧਾਨ ਮੰਤਰੀ ਨੇ ਇਸ ਜਿਹੜਾ ਸਮਝੌਤਾ ਸੀ ਉਹ ਐਗਜ਼ੀਕਿਊਟ ਕੀਤਾ। ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਨੇ ਜਿਨ੍ਹਾਂ ਦਾ ਉਹਨਾਂ ਕੋਲ ਜਵਾਬ ਨਹੀਂ ਹੈ। ਉਹਨਾਂ ਕੋਲ ਇਸ ਗੱਲ ਦਾ ਜਵਾਬ ਵੀ ਨਹੀਂ ਹੈ ਕਿ ਜਦੋਂ 2004 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਕੇਂਦਰ ਦੇ ਵਿੱਚ, ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਰਾਜਸਥਾਨ ਦੇ ਵਿੱਚ, ਉਦੋਂ ਕਾਂਗਰਸ ਪਾਰਟੀ ਨੇ SYL ਦਾ ਮੁੱਦਾ ਕਿਉਂ ਨਹੀਂ ਸੌਰਟ ਆਊਟ ਕੀਤਾ ਹੈਗਾ? ਅਕਾਲੀ ਦਲ ਕੋਲੇ ਇਸ ਗੱਲ ਦਾ ਜਵਾਬ ਨਹੀਂ ਹੈ ਕਿ 2015-16 ਦੇ ਵਿੱਚ ਜਦੋਂ ਕੇਂਦਰ ਦੇ ਵਿੱਚ ਮੋਦੀ BJP ਔਰ ਅਕਾਲੀ ਦਲ ਦੀ ਸਰਕਾਰ ਸੀ, ਜਦੋਂ ਪੰਜਾਬ ਦੇ ਵਿੱਚ BJP ਔਰ ਅਕਾਲੀ ਦਲ ਦੀ ਸਰਕਾਰ ਸੀ, ਜਦੋਂ ਹਰਿਆਣੇ ਦੇ ਵਿੱਚ BJP ਦੀ ਸਰਕਾਰ ਸੀ, ਜਦੋਂ ਰਾਜਸਥਾਨ ਦੇ ਵਿੱਚ BJP ਦੀ ਸਰਕਾਰ ਸੀ, ਉਦੋਂ ਉਹਨਾਂ ਨੇ ਇਹ ਮਸਲਾ ਹੱਲ ਕਿਉਂ ਨਹੀਂ ਕਰਾਇਆ ਹੈਗਾ ਐਮੀਕੇਬਲੀ? ਸੋ ਮੇਰੇ ਕਹਿਣ ਦਾ ਮਤਲਬ ਹੈ ਪਲੀਜ਼ ਟਰਾਈ ਟੂ ਅੰਡਰਸਟੈਂਡ। ਹੁਣ ਵੋਟਾਂ ਆ ਰਹੀਆਂ ਨੇ, ਉਹਨਾਂ ਨੇ, ਵਿਰੋਧੀਆਂ ਨੇ ਇਹ ਸਾਰੀਆਂ ਗੁੰਝਲਬਾਜ਼ੀਆਂ ਸਾਡੇ ਖਿਲਾਫ ਵਰਤਨੀਆਂ ਨੇ। ਆਪਦੀਆਂ ਕਰਤੂਤਾਂ ਕਾਰੇ ਕੀ ਰਹੇ ਨੇ ਉਹਦਾ ਲੇਖਾ ਜੋਖਾ ਦੇ ਦੇਣਾ। ਫਿਰ ਉਸ ਤੋਂ ਮਗਰੋਂ ਆਮ ਆਦਮੀ ਪਾਰਟੀ ਵੀ ਦੱਸ ਦੂਗੀ ਵੀ ਕਿਵੇਂ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨੀ ਹੈ। ਅਸੀਂ ਤਾਂ ਇੱਥੋਂ ਤੱਕ ਵੀ ਤਿਆਰ ਹਾਂ ਕਿ ਇਹ ਜਿਹੜਾ 16 ਲੱਖ ਕਰੋੜ ਦਾ ਪਾਣੀ ਹੈ ਜਿਹੜਾ ਉਹ ਰਾਜਸਥਾਨ ਨੂੰ ਜਾ ਚੁੱਕਿਆ। ਅਸੀਂ ਤਾਂ 20 ਵਾਰੀ ਰੌਲਾ ਪਾ ਚੁੱਕੇ ਵਿਧਾਨ ਸਭਾ ਦੇ ਵਿੱਚ। ਜਦੋਂ ਤੁਹਾਡੀ ਸਰਕਾਰ ਆਉਂਦੀ ਉਹਦਾ ਮੁੱਲ ਦਵਾਓਗੇ ਪਾਣੀ ਦਾ? ਅਸੀਂ, ਮੈਂ ਕਹਿੰਦਾ ਜੇ ਬਿੱਲ ਤਾਂ ਭੇਜਣੇ ਤਾਂ ਬਿੱਲ ਵੀ ਨਹੀਂ ਭੇਜਦੇ ਹੈਗੇ। ਅਸੀਂ ਤਾਂ ਕਹਿ ਰਹੇ ਹਾਂ ਜੇ ਤੁਸੀਂ
ਮੈਂ ਕਹਿੰਦਾ ਮੰਗੋ ਤਾਂ ਸਹੀ, ਕੀ ਕਹਿਣਗੇ ਉਹ ਵੀ ਅਸੀਂ ਦੇਣਾ ਨਹੀਂ ਹੈਗਾ, ਕੋਈ ਗੱਲ ਨਹੀਂ, ਲੜਾਈ ਹੋਊਗੀ। ਮੁਫਤ ਦੇ ਵਿੱਚ ਕੀ ਵਿਕਦਾ ਹੈ? ਪਹਿਲਾਂ ਤਾਂ ਇੱਕ ਪਾਸੇ ਤਾਂ ਮੁਫਤ 16 ਲੱਖ ਕਰੋੜ ਦਾ ਪਾਣੀ ਤਾਂ ਤੁਸੀਂ ਇਹਨਾਂ ਨੂੰ ਦਿੱਤਾ, ਰਾਜਸਥਾਨ, ਕੱਲੇ ਰਾਜਸਥਾਨ ਨੂੰ, ਠੀਕ ਹੈ। ਤੇ ਝੋਨਾ ਲਾ ਕੇ ਆਪਾਂ 1 ਕਿਲੋ ਚੌਲ ਪੈਦਾ ਹੋਣ ਦੇ ਵਿੱਚ 3300 ਤੋਂ ਲੈ ਕੇ 5000 ਲੀਟਰ ਪਾਣੀ ਲੱਗ ਜਾਂਦਾ। ਇੱਥੋਂ ਦਾ ਪਾਣੀ ਕੱਢ ਠੀਕ ਹੈ ਨਾ, ਆਪਾਂ ਭੇਜੀ ਜਾਂਦੇ ਆ ਸਾਊਥ ਵਾਲਿਆਂ ਨੂੰ, ਕੋਈ ਸੁਣਾਉਣ ਨੂੰ ਤਿਆਰ ਨਹੀਂ ਹੈਗਾ। ਸੋ ਇਸ ਕਰਕੇ ਵਾਟ ਆਈ ਮੀਨ ਟੂ ਸੇ ਇਜ਼ ਪਲੀਜ਼ ਟਰਾਈ ਟੂ ਅੰਡਰਸਟੈਂਡ, ਲੈਟਸ ਨਾਟ ਕਨਫਿਊਜ਼ ਦ ਇਸ਼ੂਜ਼। ਕੋਈ ਇੰਡੀਵਿਜੂਅਲ ਕੀ ਕਹਿੰਦਾ ਉਹ ਮੈਟਰ ਨਹੀਂ ਕਰਦਾ ਹੈਗਾ, ਠੀਕ ਹੈ ਨਾ। ਸੋ ਇਸ ਕਰਕੇ ਟਾਈਮ ਆਉਣ ਦਿਓ, ਸਾਡੀ ਸਰਕਾਰ ਆਉਣ ਦਿਓ। ਇਸ ਇਸ਼ੂ ਦੇ ਲਈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਬਣਨ ਦੇ ਉੱਪਰ ਲੜਾਈ ਹੈ ਜਿਹੜੀ, ਉਹ ਅੰਤਲੇ ਸਮੇਂ ਤੱਕ ਪੂਰੀ ਜੀ ਜਾਨ ਦੇ ਨਾਲ ਔਰ ਇਮਾਨਦਾਰੀ ਦੇ ਨਾਲ ਲੜੀ ਜਾਊਗੀ, ਠੀਕ ਹੈ ਨਾ। ਜਿੱਤ ਪ੍ਰਾਪਤ ਹੁੰਦੀ ਹੈ ਕਿ ਨਹੀਂ ਹੁੰਦੀ ਹੈਗੀ, ਉਹ ਪ੍ਰਮਾਤਮਾ ਦੇ, ਉਹ ਵਾਹਿਗੁਰੂ ਦੇ ਹੱਥ ਹੈ। ਕੀ ਪੰਜਾਬ ਨੂੰ ਖੁਦ ਮੁਖਤਿਆਰੀ ਦਿਵਾਓਗੇ? ਨਹੀਂ, ਖੁਦ ਮੁਖਤਿਆਰੀ ਤੁਸੀਂ ਕਿਸ ਤੋਂ ਕਹਿੰਦੇ ਹੋ? ਖੁਦ ਮੁਖਤਿਆਰੀ ਦੀ ਲੜਾਈ ਤਾਂ ਜਿਹੜੀ ਹੈਗੀ, ਉਹ ਪਹਿਲੇ ਦਿਨ ਤੋਂ ਆਮ ਆਦਮੀ ਪਾਰਟੀ, ਚਾਹੇ ਉਹ ਦਿੱਲੀ ਦੀ ਗੱਲ ਕਰ ਲਓ ਤੇ ਚਾਹੇ ਪੰਜਾਬ ਦੀ ਗੱਲ ਕਰ ਲਓ। ਅਨੰਦਪੁਰ ਸਾਹਿਬ ਵਾਲੇ ਮਤੇ ਦੀ ਗੱਲ ਕਰ, ਅਨੰਦਪੁਰ ਸਾਹਿਬ ਓਬਵੀਅਸਲੀ, ਜੇ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਕੀ ਸੀਗਾ ਕਿ 4 ਚੀਜ਼ਾਂ ਨੇ ਜਿਹੜੀਆਂ, ਰੇਲਵੇਜ਼, ਟੈਲੀਕਾਮ, ਫੌਜ, ਇਹ 4 ਚੀਜ਼ਾਂ ਨੇ ਜਿਹੜੀਆਂ, ਔਰ IB ਇਨਫੋਰਮੇਸ਼ਨ ਬ੍ਰੌਡਕਾਸਟਿੰਗ ਹੈ ਜਿਹੜੀ, ਇਹ ਕੇਂਦਰ ਸਰਕਾਰ ਰੱਖ ਲੇ। ਬਾਕੀ ਸਾਰੇ ਅਧਿਕਾਰ ਨੇ ਜਿਹੜੇ, ਉਹ ਰਾਜ ਸਰਕਾਰਾਂ ਕੋਲੇ ਆਉਣੇ ਚਾਹੀਦੇ ਨੇ। ਇਹ ਚੀਜ਼ ਤਾਂ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ, ਅੱਜ ਪਰ ਹੋ ਉਲਟਾ ਰਿਹਾ ਹੈ। ਪਰ ਦਿੱਲੀ ਦੇ ਵਿੱਚ ਤਾਂ ਮੈਂ ਉਹੀ ਤਾਂ ਗੱਲ ਕਿਹਾ, ਤੁਸੀਂ ਪਹਿਲਾਂ ਮੈਨੂੰ ਪੰਜਾਬ ਕੰਪਲੀਟ ਕਰਨ ਦਿਓ। ਪਰ ਹੋ ਕੀ ਰਿਹਾ ਹੈ ਕਿ ਜਦੋਂ ਦੀ ਮੋਦੀ ਸਰਕਾਰ ਆਈ ਹੈ, ਵੈਸੇ ਤਾਂ ਚਲੋ ਕਾਂਗਰਸ ਨੇ ਵੀ ਸਮੇਂ-ਸਮੇਂ ਸਿਰ ਐਮਰਜੈਂਸੀਆਂ ਯੂਜ਼ ਕਰਕੇ ਤੇ ਹੋਰ ਯੂਜ਼ ਕਰਕੇ ਇਹ ਜਿਹੜੀ ਫੈਡਰਲ ਢਾਂਚਾ ਜਿਹੜਾ ਸਟੇਟਾਂ ਦੀ ਖੁਦ ਮੁਖਤਿਆਰੀ, ਉਹ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਮੈਂ ਸਮਝਦਾ ਕਿ ਜੋ ਦੀ ਕੇਂਦਰ ਦੇ ਵਿੱਚ BJP ਦੀ ਸਰਕਾਰ ਆਈ ਹੈ, ਇਹਨਾਂ ਨੇ ਤਹੱਈ ਕਰ ਰੱਖਿਆ ਹੈ ਕਿ ਸਟੇਟਾਂ ਨੂੰ ਤਾਂ ਇੱਕ ਅਸੀਂ ਹੱਥ 'ਚ ਕਟੋਰਾ ਫੜਾ ਕੇ ਅਸੀਂ ਭਿੱਖ ਮੰਗਾ ਬਣਾ ਦੇਣਾ, ਅਸੀਂ ਭਿਖਾਰੀ ਬਣਾ ਦੇਣਾ। ਇਹਨਾਂ ਨੂੰ ਤਾਂ ਇੱਕ ਡਿਫੰਕਟ ਔਰ ਬੈਂਕਰਪਟ ਮਿਊਨਿਸਪਲ ਕਮੇਟੀਆਂ ਤੋਂ ਵੱਧ ਹੈ ਜਿਹੜਾ ਸਟੇਟਾਂ ਨੂੰ ਦੀ ਔਕਾਤ ਨਹੀਂ ਰਹਿਣ ਦੇਣੀ ਹੈਗੀ। ਤੁਸੀਂ ਕਿਸਾਨੀ ਦੇ ਮੁੱਦੇ ਤੇ ਦੇਖ ਲਓ ਤਾਂ ਡਾਕੇ ਮਾਰਨ ਲੱਗੇ ਹੋਏ ਨੇ। ਤੁਸੀਂ ਬਿਜਲੀ ਦਾ ਜਿਹੜਾ ਇਲੈਕਟ੍ਰਿਸਿਟੀ ਅਮੈਂਡਮੈਂਟ ਐਕਟ ਲੈ ਕੇ ਆ ਰਹੇ ਨੇ, ਉਹਦੇ ਮੁੱਦੇ ਦੇਖ ਲਓ, ਬਿਜਲੀ ਤੇ ਡਾਕਾ ਮਾਰ ਰਹੇ ਨੇ। GST ਇਹ ਪਹਿਲਾਂ ਹੀ ਖੋ ਚੁੱਕੇ, ਸਾਡੇ ਕੋਲ ਛੱਡੇ ਹੀ ਕੁਝ ਨਹੀਂ ਹੈਗਾ। ਇਸ ਤੋਂ ਵੀ 4 ਗੁਣੇ ਵੱਧ ਕੇ ਤੁਸੀਂ ਤਾਂ ਜਿਹੜੀ ਗੱਲ ਕੀਤੀ ਹੈ ਕਿ ਖੁਦ ਮੁਖਤਿਆਰੀ ਦਵਾਂਗੇ, ਅਸੀਂ ਤਾਂ ਸਾਡੀ ਆਮ ਆਦਮੀ ਪਾਰਟੀ ਤੋਂ ਵੱਡਾ ਇਹ ਤੋਂ ਭੁਗਤ ਭੋਗੀ ਕਿਹੜਾ ਹੋਊਗਾ ਕਿ ਪਹਿਲਾਂ ਹੀ ਸਾਡੇ ਕੋਲ ਅੱਧੀ ਸਟੇਟ ਸੀਗੀ ਦਿੱਲੀ, ਤੇ ਹੁਣ ਆਰਡਰ ਕਰਤੇ ਸਾਹਿਬ ਨੇ ਕਿ ਜੀ ਬਾਕੀ ਸਾਰੀਆਂ ਪਾਵਰਾਂ ਵੀ ਸਾਡੇ ਕੋਲੇ ਆ ਗਈਆਂ। ਉਹ LG, ਜਿਹਨੂੰ ਮੈਂ ਸਮਝਦਾ ਕਿ ਸ਼ਾਇਦ ਉਹਦੀ ਘਰ ਵਾਲੀ ਵੀ ਵੋਟ ਨਾ ਪਾਉਂਦੀ ਹੋਵੇ, ਉਹ ਦਿੱਲੀ ਦੇ 2 ਕਰੋੜ ਲੋਕਾਂ ਦੀਆਂ ਵੋਟਾਂ ਨੂੰ ਦਰਕਨਾਰ ਕਰਕੇ ਉਹ ਦਿੱਲੀ ਦਾ ਮਾਲਕ ਬਣਿਆ ਬੈਠਾ ਹੈ। ਸੋ ਇਸ ਕਰਕੇ ਅਸੀਂ 100% ਖੁਦ ਮੁਖਤਿਆਰੀ, ਸੈਲਫ ਗਵਰਨੈਂਸ ਦੇ ਹੱਕ ਦੇ ਵਿੱਚ ਹਾਂ। ਤੇ ਇਹਦੀ ਲੜਾਈ ਮੈਂ ਸਮਝਦਾ ਕਿ ਜਿੰਨੀ ਵੱਡੇ ਪੱਧਰ ਦੇ ਉੱਪਰ ਆਮ ਆਦਮੀ ਪਾਰਟੀ ਨਾਲ ਅਰਵਿੰਦ ਕੇਜਰੀਵਾਲ ਜੀ ਲੜੇ, ਕਦੇ ਕੋਈ ਇਹੋ ਜਿਹਾ ਮੁੱਖ ਮੰਤਰੀ ਦੇਖਿਆ ਤੁਸੀਂ ਜਿਹੜਾ 9 ਦਿਨ ਜਾ ਕੇ ਭੁੱਖਣ ਭਾਣੇ LG ਦੇ ਡਰਾਇੰਗ ਰੂਮ ਦੇ ਵਿੱਚ ਬੈਠਾ ਰਹੇ ਵੀ ਮੇਰੀ ਫਾਈਲਾਂ ਕਲੀਅਰ ਕਰ, ਮੈਂ ਤਾਂ ਫੇਰ ਨਿਕਲੂੰਗਾ ਇੱਥੋਂ? ਇਹੋ ਜਿਹਾ ਕੋਈ ਮੁੱਖ ਮੰਤਰੀ ਦੇਖਿਆ? ਇਹ ਸਿਰਫ ਔਰ ਸਿਰਫ ਅਰਵਿੰਦ ਜੀ ਹੋਈ ਨੇ। ਔਰ ਜਦੋਂ ਤੱਕ, ਔਰ ਸਭ ਤੋਂ ਵੱਡੀ ਗੱਲ, ਜਦੋਂ ਆਪਾਂ ਪੰਜਾਬ ਸਪੈਸੀਫਿਕ ਗੱਲ ਕਰਦੇ ਹਾਂ, ਕੇਂਦਰ ਦੀਆਂ ਸਰਕਾਰਾਂ ਪੰਜਾਬ, ਪੰਜਾਬੀਆਂ ਤੇ ਪੰਜਾਬੀਅਤ ਦੀ ਸਪਿਰਿਟ ਨੂੰ ਖਤਮ ਕਰਨ ਲੱਗੀਆਂ ਹੋਈਆਂ ਨੇ। ਇਹਦੇ ਲਈ ਲੜਾਈ ਹੈ ਜਿਹੜੀ, ਇਹ ਲੜਨੀ ਪੈਣੀ ਹੈ। ਔਰ ਇਸ ਤੋਂ ਇਹ ਲੜਾਈ ਜਿੱਤੀ ਤਾਂ ਜਾਊਗੀ। ਅੱਜ ਸੰਘਰਸ਼ ਚੱਲ ਰਿਹਾ ਇੱਕ ਕਿਸਾਨੀ ਦਾ, ਇਸ ਤੋਂ ਮਗਰੋਂ ਲਾਮਿਸਾਲ ਸੰਘਰਸ਼ ਹੈ। ਇਸ ਤੋਂ ਮਗਰੋਂ 2 ਸੰਘਰਸ਼ ਹੋਰ ਚਲਾਉਣੇ ਪੈਣਗੇ, ਇੱਕ EVMਾਂ ਦੇ ਖਿਲਾਫ, ਤੇ ਦੂਜਾ ਜਿਹੜਾ ਅੱਜ ਗੋਦੀ ਮੀਡੀਆ, ਬਿਕਾਊ ਮੀਡੀਆ ਬਣਿਆ ਪਿਆ। ਮੀਡੀਆ ਚੌਥਾ ਪਿਲਰ ਹੁੰਦਾ ਡੈਮੋਕ੍ਰੇਸੀ ਦਾ। ਇਹਨਾਂ 2 ਦੇ ਖਿਲਾਫ ਲੋਕਾਂ ਨੂੰ ਉੱਠਣਾ ਪਊਗਾ। ਜਦੋਂ ਤੱਕ ਇਹ ਨਹੀਂ ਇਹਨਾਂ ਦੇ ਖਿਲਾਫ ਉੱਠ ਕੇ ਲੜਾਈ ਨਹੀਂ ਲੜਾਂਗੇ ਔਰ ਜਿੱਤਾਂਗੇ, ਉਦੋਂ ਤੱਕ ਭਾਰਤ ਦੀ ਸਪਿਰਿਟ ਨੂੰ ਬਚਾਉਣਾ ਬੜਾ ਮੁਸ਼ਕਿਲ ਹੋ ਜਾਏਗਾ। ਜੇਕਰ ਮੈਂ ਆਮ ਆਦਮੀ ਪਾਰਟੀ ਦੇ ਰੁੱਸੇ ਹੋਏ ਵਿਧਾਇਕਾਂ ਦੀ ਗੱਲ ਕਰ ਲਾਂ, ਉਹਨਾਂ ਧਰਮਵੀਰ ਗਾਂਧੀ ਨੇ, ਸੁੱਚਾ ਸਿੰਘ ਛੋਟੇਪੁਰ ਨੇ ਤੇ ਹੋਰ ਕਾਫੀ ਵਿਧਾਇਕ ਨੇ, ਉਹ ਆਖਦੇ ਆ ਕਿ ਆਮ ਆਦਮੀ ਪਾਰਟੀ ਜਿਹੜਾ ਉਹਨਾਂ ਦੇ ਬਾਗੀ ਚੱਲਦਾ, ਜਿਹੜਾ ਉਹਨਾਂ ਦੇ ਖਿਲਾਫ ਬੋਲਦਾ, ਉਹਨਾਂ ਨੂੰ ਆਮ ਆਦਮੀ ਪਾਰਟੀ ਜਰਦੀ ਨਹੀਂ। ਪਿਛਲੀ ਸਮੇਂ ਮੈਂ ਇੰਟਰਵਿਊ ਕਰਕੇ ਆਇਆ ਧਰਮਵੀਰ ਗਾਂਧੀ ਦੀ, ਤਾਂ ਉਹਨਾਂ ਦੀ ਸਿੱਧੀ ਸਟੇਟਮੈਂਟ ਸੀ ਕਿ ਆਮ ਆਦਮੀ ਪਾਰਟੀ ਬਾਗੀਆਂ ਨੂੰ ਜਰਦੀ ਨਹੀਂ ਆਪਣੀ ਪਾਰਟੀ ਦੇ ਅੰਦਰ। ਇਹਦੇ ਉੱਤੇ ਕੀ ਕਹੋਗੇ? ਨਹੀਂ, ਦੇਖੋ ਇਸ ਤਰ੍ਹਾਂ ਹੈ ਕਿ ਧਰਮਵੀਰ ਗਾਂਧੀ ਜੀ ਹੋਏ, ਸੁੱਚਾ ਸਿੰਘ ਛੋਟੇਪੁਰ ਸਾਹਿਬ ਹੋਏ, ਮੇਰੇ ਬਜ਼ੁਰਗਾਂ ਸਮਾਨ ਨੇ। ਮੈਂ ਦੋਨਾਂ ਦਾ ਬਹੁਤ ਸਤਿਕਾਰ ਕਰਦਾ। ਮੇਰੇ ਤਾਂ ਇਨਫੈਕਟ ਮੈਂ ਤਾਂ ਪਾਰਟੀ ਦੇ ਵਿੱਚ ਬਹੁਤ ਪਹਿਲਾਂ ਤੋਂ ਆਇਆ, ਇਹਨਾਂ ਨੇ ਤਾਂ ਪਾਰਟੀ ਦੇ ਵਿੱਚ ਬਹੁਤ ਲੰਮਾ ਸਮਾਂ ਮੇਰੇ ਤੋਂ ਵੀ ਪਹਿਲਾਂ ਜਿਹੜੀ ਸੇਵਾ ਹੈ ਉਹ ਨਿਭਾਈ ਹੈ। ਮੈਂ ਉਹਨਾਂ ਦੀ ਕਿਸੇ ਗੱਲ ਤੇ ਕਿੰਤੂ ਪਰੰਤੂ ਕਰਕੇ ਮੈਂ ਕੋਈ ਲੂਜ਼ ਟਾਕ ਹੈ ਜਿਹੜੀ ਮੈਂ ਨਹੀਂ ਕਰਨਾ ਚਾਹੁੰਦਾ, ਕਿਉਂਕਿ ਦੋਨੋਂ ਮੇਰੇ ਬੜੇ ਸਤਿਕਾਰਯੋਗ ਨੇ। ਪਰ ਮੈਂ ਇਹ ਵੀ ਕਹਿਣਾ ਚਾਹੂੰ ਕਿ ਬਾਗੀ ਜਿਹੜੀ ਪਾਰਟੀ ਤੋਂ ਤੁਸੀਂ ਜਿੱਤੇ ਹੋ, ਜਿਹੜੀ ਪਾਰਟੀ ਨੇ ਮਾਣ ਸਤਿਕਾਰ ਦਿੱਤਾ ਹੈ, ਉਹ ਤੋਂ ਬਾਗੀ ਹੋਣ ਦਾ ਕਾਰਨ ਕੀ ਹੈ ਉਹ ਮੈਟਰ ਕਰਦਾ ਹੈ। ਜੇ ਤਾਂ ਤੁਸੀਂ
ਬਾਗੀ ਇਸ ਕਰਕੇ ਹੋ ਰਹੇ ਹੋ ਕਿ ਪਾਰਟੀ ਦੇ ਵਿੱਚ ਕੁਝ ਠੀਕ ਨਹੀਂ ਚੱਲ ਰਿਹਾ ਹੈਗਾ, ਤੁਸੀਂ ਪਾਰਟੀ ਦੇ ਵਿੱਚ ਬਾਰ-ਬਾਰ ਕਹਿ ਕੇ ਥੱਕ ਗਏ, ਤੁਸੀਂ ਪਾਰਟੀ ਦੇ ਸੁਧਾਰ ਦੀ, ਪਾਰਟੀ ਦੇ ਹਿੱਤ ਦੀ ਗੱਲ ਕਰਦੇ ਹੋ। ਮੇਰੀ ਸੁਣ ਲਓ ਜੀ, ਜੇ ਪਾਰਟੀ ਦੇ ਹਿੱਤ ਦੀ ਗੱਲ ਕਰਦੇ ਹੋ ਤਾਂ ਫਿਰ ਥੋੜੀ ਸੁਣਵਾਈ ਨਹੀਂ ਹੁੰਦੀ ਕਿ ਦੈਟਸ ਅ ਸੈਪਰੇਟ ਇਸ਼ੂ। ਜੇ ਤੁਸੀਂ ਇਸ ਗੱਲ ਤੋਂ ਬਾਗੀ ਹੋ ਜਾਂਦੇ ਹੋ ਕਿ ਮੇਰੇ ਤੋਂ ਇਹ ਅਹੁਦਾ ਕਿਉਂ ਖੋਲਿਆ ਜਾਂ ਮੈਨੂੰ ਇਹ ਅਹੁਦਾ ਕਿਉਂ ਨਹੀਂ ਦਿੱਤਾ ਹੈਗਾ, ਤੇ ਫਿਰ ਤਾਂ ਬਗਾਵਤ ਵੀ ਜਾਇਜ਼ ਨਹੀਂ ਹੈਗੀ। ਸੋ ਇਸ ਕਰਕੇ ਇਹ ਪਰਸਨ ਟੂ ਪਰਸਨ, ਸਿਚੁਏਸ਼ਨ ਟੂ ਸਿਚੁਏਸ਼ਨ ਡਿਪੈਂਡ ਕਰਦਾ ਵੀ ਹੈ ਕੀ। ਉਹਨਾਂ ਨੇ ਜੇ ਆਪਦੀ ਗੱਲ ਕਹੀ ਹੈ 5 ਉਂਗਲਾਂ ਨਹੀਂ ਮਿਲਦੀਆਂ ਹੈਗੀਆਂ, ਹਰੇਕ ਬੰਦੇ ਦੀ ਆਪੋ ਆਪਣੀ ਸਮਝ ਹੁੰਦੀ ਹੈ। ਜੇ ਉਹ ਇਹ ਗੱਲ ਕਹਿੰਦੇ ਨੇ ਤਾਂ ਮੈਂ ਉਹਨਾਂ ਦੀ ਆਪਦੀ ਸੋਚ ਹੋ ਸਕਦੀ ਹੈ, ਮੈਂ ਇਸ ਗੱਲ ਨੂੰ ਨਾ ਐਕਸੈਪਟ ਕਰ ਸਕਦਾ, ਮੈਂ ਨਾ ਨਕਾਰ ਸਕਦਾ। ਮਤਲਬ ਐਸਾ ਕੁਝ ਹੈ ਨਹੀਂ ਆਮ ਆਦਮੀ ਪਾਰਟੀ ਦਾ? ਨਹੀਂ, ਦੇਖੋ ਇਸ ਤਰ੍ਹਾਂ ਹੈ ਕਿ ਮੈਂ ਕੌਣ ਹੁੰਦਾ ਕਿ ਕਹਿਣ ਵਾਲਾ ਕਿ ਹੈ ਕਿ ਨਹੀਂ। ਪਾਰਟੀ ਦੇ ਅੰਦਰ ਸਰਵਾਈਵ ਕਰਦੇ ਹੋ ਨਾ? ਮੈਂ ਪਾਰਟੀ ਸਰਵਾਈਵ ਕਰ ਰਿਹਾ। ਫਿਰ ਜੇ ਪਾਰਟੀ ਦੇ ਅੰਦਰ ਦੇਖੋ ਪਤਾ ਗੱਲ ਕੀ ਹੁੰਦੀ ਹੈ, ਤੁਸੀਂ ਸਭ ਗੱਲ ਨੂੰ ਸਮਝੋ। ਜਦੋਂ ਤੁਸੀਂ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰਨਾ, ਕਿਸੇ ਪਾਰਟੀ ਦੇ ਵਿੱਚ ਕੰਮ ਕਰਨਾ ਹੈ, ਤੇ ਤੁਹਾਨੂੰ ਮਾਈਵੇ ਜਾਂ ਹਾਈਵੇ ਵਾਲਾ ਐਟੀਟਿਊਡ ਹੈ ਜਿਹੜਾ ਉਹ ਨਹੀਂ ਚੱਲਦਾ ਹੈਗਾ ਵੀ ਜੋ ਮੈਂ ਕਹਤਾ ਉਹ ਸਹੀ ਹੈ, ਜੇ ਸਹੀ ਹੈ ਤਾਂ ਠੀਕ ਹੈ ਸਾਰੇ ਜਿੰਦਾਬਾਦ ਕਰੋ, ਨਹੀਂ ਤਾਂ ਭਾਈ ਮੈਂ ਤਾਂ ਆਪਦੀ ਡੁਗਡੁਗੀ ਅੱਡ ਵਜਾਊਂਗਾ। ਇਹ ਨਹੀਂ ਹੁੰਦਾ ਹੈਗਾ। ਜਦੋਂ ਤੁਸੀਂ ਇੱਕ ਆਰਗੇਨਾਈਜੇਸ਼ਨ 'ਚ ਕੰਮ ਕਰਦੇ ਹੋ, ਤੁਹਾਨੂੰ ਆਪਦੀ ਗੱਲ ਹੈ ਜਿਹੜੀ ਉਹ ਪੂਰੇ ਸਹੀ, ਪੂਰੇ ਦਲੇਰ ਔਰ ਤਰੀਕੇ ਨਾਲ ਔਰ ਕਲੈਰਿਟੀ ਦੇ ਨਾਲ ਉਹ ਪਾਰਟੀ ਦੇ ਅੰਦਰ ਰੱਖਣੀ ਚਾਹੀਦੀ ਹੈ। ਜੇ ਅੰਦਰ ਤਾਂ ਗੱਲ ਕਰਨੀ ਨਹੀਂ ਹੈਗੀ ਤੇ ਬਾਹਰ ਆ ਕੇ ਸੋਸ਼ਲ ਮੀਡੀਆ ਤੇ ਜਾਂ ਸਟੇਜਾਂ ਤੇ ਖੜ ਕੇ ਤੁਸੀਂ ਰੌਲਾ ਪਾਈ ਚੱਲੋ, ਉਹ ਚੀਜ਼ ਵਾਜਬ ਨਹੀਂ ਹੈਗੀ। ਹਰੇਕ ਚੀਜ਼ ਦਾ ਇੱਕ ਸਿਸਟਮ ਹੁੰਦਾ, ਇੱਕ ਪ੍ਰੋਟੋਕਾਲ ਹੁੰਦਾ, ਇੱਕ ਡੈਕੋਰਮ ਹੁੰਦਾ, ਉਹਦੀ ਲਿਹਾਜ਼ ਕਰਨੀ, ਉਹਦੀ ਰਿਸਪੈਕਟ ਕਰਨੀ ਉਹ ਜ਼ਰੂਰੀ ਹੈ। ਜੇ ਤੁਸੀਂ ਫਲੈਕਸੀਬਲ ਨਹੀਂ ਹੈਗੇ ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ ਤਾਂ ਬਹੁਤਾ ਲੰਮਾ ਸਮਾਂ ਤੁਸੀਂ ਚੱਲ ਨਹੀਂ ਸਕਦੇ। ਫਿਰ ਲੈ ਕੇ ਆਉਂਗੇ ਰੁੱਸੇ ਹੋਏ ਵਿਧਾਇਕਾਂ ਨੂੰ ਜਿਹੜੇ ਰੁੱਸੇ ਹੋਏ ਆਮ ਆਦਮੀ ਪਾਰਟੀ ਨਾਲ 2022 ਚ ਨਾਲ? ਦੇਖੋ ਇਸ ਤਰ੍ਹਾਂ ਕਿ ਮੈਂ ਤਾਂ ਮੇਰੀ ਆਪਣੀ ਜਿਹੜਾ ਜਿੰਨਾ ਕੁ ਮੇਰਾ ਤਜਰਬਾ ਹੈ, ਮੈਂ ਇਹ ਮੰਨ ਕੇ ਚੱਲਦਾ ਕਿ ਪਾਰਟੀ ਦੇ ਵਿੱਚ ਹਰੇਕ ਤਰ੍ਹਾਂ ਦੀ ਸੋਚ, ਹਰੇਕ ਤਰ੍ਹਾਂ ਦਾ ਥਾਟ ਪ੍ਰੋਸੈਸ ਔਰ ਹਰੇਕ ਤਰੀਕੇ ਦੀ ਕਾਬਲੀਅਤ ਵਾਲਾ ਬੰਦਾ ਜਿਹੜਾ ਉਹ ਸਮਾ ਜਾਂਦੇ ਹੁੰਦੇ ਨੇ। ਜਿੱਥੇ ਤੱਕ ਰਿਹਾ ਲੈ ਕੇ ਆਉਣ ਦਾ, ਔਰ ਕਦੇ ਵੀ ਮੈਂ ਕਿਸੇ ਬੰਦੇ ਨੂੰ ਇਕੱਲਿਆਂ ਵੱਡਾ ਨਹੀਂ ਹੁੰਦਾ ਦੇਖਿਆ ਹੈਗਾ। ਸਿਆਸਤ ਦੇ ਵਿੱਚ ਹਮੇਸ਼ਾ ਬੰਦਾ ਆਪਦੀ ਆਰਗੇਨਾਈਜੇਸ਼ਨ ਨਾਲ, ਆਪਦੀ ਪਾਰਟੀ ਨਾਲ, ਆਪਦੇ ਸਾਥੀਆਂ ਨਾਲ ਹੀ ਵੱਡਾ ਹੁੰਦਾ ਹੈ। ਜਿੱਥੇ ਤੱਕ ਲੈ ਕੇ ਆਉਣ ਵਾਲਾ ਸਵਾਲ ਹੈ, ਉਹ ਇਹਦਾ ਪ੍ਰੈਰੋਗੇਟਿਵ ਹੈ ਜਿਹੜਾ ਉਹ ਭਗਵੰਤ ਮਾਨ ਜੀ ਹੋਣਾ ਦਾ, ਲੀਡਰ ਆਫ ਆਪੋਜੀਸ਼ਨ ਦਾ, ਪਾਰਟੀ ਦੇ ਜਿਹੜੇ ਇੰਚਾਰਜ ਨੇ ਉਹਨਾਂ ਦਾ। ਉਹ ਜੇ ਮੇਰੀ ਕੱਲ ਨੂੰ ਡਿਊਟੀ ਲਾਉਣਗੇ ਵੀ ਹਾਂ ਮਨ ਤੂੰ ਇਹਦੇ ਕੋਲ ਜਾ ਕੇ ਆਉਣਾ, ਮੈਂ ਤਾਂ ਨੰਗੇ ਪੈਰੀ ਚੱਲ ਕੇ ਜਾਊਂਗਾ, ਮੈਨੂੰ ਕੀ ਦਿੱਕਤ ਹੈ। ਸੋ ਇਸ ਕਰਕੇ ਹਮੇਸ਼ਾ ਥੋੜ੍ਹਾ ਜਿਹਾ ਉਹ ਕਹਿੰਦੇ ਨੇ ਜਿਵੇਂ ਸਾਰਿਆਂ ਨੂੰ ਬੁੱਕਲ 'ਚ ਨਾਲ ਲੈ ਕੇ ਚੱਲਣਾ ਪੈਂਦਾ ਜੋ ਤੁਸੀਂ ਪਾਰਟੀ ਦੇ ਵਿੱਚ ਚੱਲਣਾ, ਤੇ ਸਿਰਫ ਆਪਦੀ ਤੁਸੀਂ ਡੁਗਡੁਗੀ ਅੱਡ ਵਜਾਈ ਚੱਲੋ, ਦੈਟ ਇਜ਼ ਨਾਟ ਰਾਈਟ। ਮੇਰਾ ਅਗਲਾ ਸਵਾਲ ਤੇ ਆਖਰੀ ਸਵਾਲ, ਆਮ ਆਦਮੀ ਪਾਰਟੀ ਆਖਦੀ ਹੈ ਕਿ RSS ਦੇ ਏਜੰਡੇ ਤੇ ਕੰਮ ਕਰਦੇ ਹੈ ਕਿ ਅਰਵਿੰਦ ਕੇਜਰੀਵਾਲ ਨੇ ਜਿਹੜੇ ਕਿਸਾਨੀ ਕਾਨੂੰਨ ਨੇ ਜਿਹੜੇ ਕੇਂਦਰ ਦੇ ਵੱਲੋਂ ਦਿੱਤੇ ਗਏ ਉਹ ਨੋਟੀਫਿਕੇਸ਼ਨ ਦੇ ਕੇ ਨੋਟੀਫਾਈ ਵੀ ਕਰਤੇ ਸੀ, ਫਿਰ ਅਗਲੇ ਦਿਨ ਜਾ ਕੇ ਉਹਨਾਂ ਦੀਆਂ ਕਾਪੀਆਂ ਪੜ੍ਹੀਆਂ। ਇਹ ਤੇ ਕੀ ਕਹੋਗੇ ਤੁਸੀਂ? ਬਾਕੀ ਸਾਰੇ ਸਵਾਲ ਨੇ ਜਿਹੜੇ ਉਹ ਆਪ ਸਹਿ ਸੁਭਾਅ ਕੀਤੇ ਨੇ। ਇਹ ਸਵਾਲ ਤੁਸੀਂ ਮੇਰੇ ਤੋਂ ਪੜ੍ਹ ਕੇ ਕੀਤੇ, ਸਵਾਲ ਕੀਤੇ ਪਹਿਲਾਂ ਤਾਂ ਮੈਨੂੰ ਤੁਸੀਂ ਇਹ ਦੱਸੋ। ਨਹੀਂ ਕਿਉਂਕਿ ਨਹੀਂ ਸੁਣੋ, ਆਮ ਲੋਕਾਂ ਦਾ ਸਵਾਲ ਹੈ। ਨਹੀਂ, ਆਮ ਲੋਕਾਂ ਦਾ ਸਵਾਲ ਨਹੀਂ ਹੈ ਇਹ। ਆਮ ਆਦਮੀ ਪਾਰਟੀ ਦਾ ਚਾਹੇ ਪੰਜਾਬ ਯੂਨਿਟ ਦੀ ਗੱਲ ਕਰ ਲਓ ਤੇ ਚਾਹੇ ਦਿੱਲੀ ਦੀ ਯੂਨਿਟ ਦੀ ਗੱਲ ਕਰ ਲਓ, ਚਾਹੇ ਸਾਡੀ ਪਾਰਟੀ ਦੀ ਗੱਲ ਕਰ ਲਓ, ਚਾਹੇ ਦਿੱਲੀ ਸਰਕਾਰ ਦੀ ਗੱਲ ਕਰ ਲਓ, ਬੜਾ ਸਪਸ਼ਟ ਹੈ, ਬੜਾ ਕਲੀਅਰ ਹੈ। ਅਸੀਂ ਇਹਨਾਂ 3 ਕਾਲੇ ਕਾਨੂੰਨਾਂ ਦੇ ਖਿਲਾਫ ਸੀ, ਹਾਂ, ਤੇ ਹਮੇਸ਼ਾ ਰਹਾਂਗੇ। ਇੱਥੇ ਸੰਘਰਸ਼ ਦੀ ਗੱਲ ਕਰ ਲਓ, ਸਾਡੇ ਬਾਕੀ ਸਾਰੀਆਂ ਪਾਰਟੀਆਂ ਨੇ ਇਹਦਾ ਰਾਜਨੀਤਿਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਇਕੱਲੇ ਇਹੋ ਜਿਹੇ ਸੀਗੇ ਜਿਨ੍ਹਾਂ ਨੇ ਨਾ ਆਪਦਾ ਝੰਡਾ ਨਾ ਡੰਡਾ ਇਸ ਅੰਦੋਲਨ ਦੇ ਵਿੱਚ, ਕਿਉਂਕਿ ਜਥੇਬੰਦੀਆਂ ਦਾ, ਕਿਸਾਨ ਵੀਰਾਂ ਦਾ ਹੁਕਮ ਸੀਗਾ। ਅਸੀਂ ਸਾਡੇ ਬੰਦੇ ਜਾਂਦੇ ਰਹੇ ਨੇ, ਨਾਲ ਮਗਰ ਬੈਠਦੇ ਰਹੇ ਨੇ। ਦਿੱਲੀ ਦੇ ਵਿੱਚ ਅੱਜ ਤਕਰੀਬਨ 8-9 ਮਹੀਨੇ ਹੋ ਗਏ, 7 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ। ਉੱਥੇ ਅਰਵਿੰਦ ਜੀ ਤੋਂ ਲੈ ਕੇ ਸਾਡੇ ਸਾਰੇ MLA ਮੰਤਰੀ ਉੱਥੇ ਜਿੰਨੀਆਂ ਫੈਸਿਲਿਟੀਜ਼ ਦਿੱਤੀਆਂ ਜਾ ਸਕਦੀਆਂ ਨੇ ਉਹ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਚੀਜ਼ਾਂ ਇਮਟੀਰੀਅਲ ਨੇ। ਹੁਣ ਤੁਸੀਂ ਗੱਲ ਕੀਤੀ ਕਿ ਜੀ ਨੋਟੀਫਾਈ ਕਰਤਾ ਜਾਂ ਪਾੜਤਾ ਜਾਂ ਪੰਜਾਬ ਵਿਧਾਨ ਸਭਾ ਵਾਲਿਆਂ ਨੇ ਉਹਨੂੰ ਅਮੈਂਡ ਕਰਤਾ। ਤੁਸੀਂ ਮੈਨੂੰ ਕੋਈ ਗੱਲ ਸਮਝਾਓ। ਇੱਕ ਕਾਨੂੰਨ ਹੈ ਜਿਹੜਾ ਉਹ ਕੇਂਦਰ ਸਰਕਾਰ ਨੇ ਨੋਟੀਫਾਈ ਕਰਤਾ, ਪੰਜਾਬ ਵਾਲੇ ਕਹਿੰਦੇ ਕਿ ਜੀ ਅਸੀਂ ਜੀ ਉਹ ਅਮੈਂਡ ਕਰਤਾ ਜੀ, ਅਸੀਂ ਤਾਂ ਰੱਦ ਕਰਤਾ ਜੀ, ਅਸੀਂ ਤਾਂ ਸਾਰੇ ਪੰਜਾਬ 'ਚ ਬੋਰਡ ਲਾਤੇ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਨਾਲ। ਠੀਕ ਹੈ, ਕੀ ਵੈਲਿਊ ਜੀ ਉਸ ਚੀਜ਼ ਦੀ? ਅੱਜ ਤੱਕ ਗਵਰਨਰ ਤੋਂ ਕਲੀਅਰ ਨਹੀਂ ਹੋ ਸਕਿਆ ਹੈਗਾ। ਜਦੋਂ ਔਰ ਵੈਸੇ ਵੀ ਜਦੋਂ ਕੋਈ ਕੇਂਦਰ ਸਰਕਾਰ ਬਿੱਲ ਨੋਟੀਫਾਈ ਕਰ ਦਿੰਦੀ ਹੁੰਦੀ ਹੈ,
ਉਹ ਆਟੋਮੈਟਿਕਲੀ ਸਾਰੀਆਂ ਸਟੇਟਾਂ ਦੇ ਵਿੱਚ ਇੰਪਲੀਮੈਂਟ ਹੋ ਜਾਂਦਾ ਹੁੰਦਾ। ਸੋ ਇਹ ਜਿਹੜੀਆਂ ਹੋਰ ਵਾਲੇ ਕੀ ਕਾਂਗਰਸ ਝੂਠਾ ਪ੍ਰਚਾਰ ਕਰ ਰਹੀ ਹੈ ਫਿਰ? ਓਬਵੀਅਸਲੀ ਦੱਸੋ ਪੰਜਾਬ ਦੇ ਵਿੱਚ ਜੇ ਸੱਚਾ ਹੁੰਦਾ ਤੇ ਫਿਰ ਜਦੋਂ ਅਸੀਂ ਯੂਨਾਨੀਮਸਲੀ ਪਤਾ ਸੀਗਾ ਤੇ ਫਿਰ ਹੁਣ ਨੂੰ ਤਾਂ ਕੰਮ ਨਿਬੜਿਆ ਹੁੰਦਾ। ਫਿਰ ਕਿਸਾਨ ਉੱਥੇ ਵਿਚਾਰੇ 8 ਮਹੀਨੇ ਦੇ ਕਿਉਂ ਰੁਲੀ ਜਾਂਦੇ ਨੇ, ਫਿਰ ਤਾਂ ਵਾਪਸ ਘਰਾਂ ਨੂੰ ਮੁੜੇ ਹੁੰਦੇ। ਸੋ ਇਸ ਕਰਕੇ ਇਹ ਸਾਰੀਆਂ ਇੰਪ੍ਰੈਕਟੀਕਲ ਗੱਲਾਂ ਨੇ। ਇਹਨਾਂ ਦੇ ਉੱਪਰ ਹੁਣ ਅਸਲ 'ਚ ਹੈ ਮਸਲਾ ਕੀ ਹੈ ਕਿ ਜਦੋਂ ਇਲੈਕਸ਼ਨਾਂ ਨੇੜੇ ਆ ਜਾਂਦੀਆਂ ਨੇ ਉਦੋਂ ਗੱਲਾਂ ਨੇ, ਐਲੀਗੇਸ਼ਨ ਕਾਊਂਟਰ ਐਲੀਗੇਸ਼ਨ ਨੇ ਜਿਹੜੇ, ਉਹ ਫੈਕਟ ਬੇਸਡ ਨਹੀਂ ਰਹਿੰਦੇ ਹੈਗੇ, ਉਹ ਇਮੋਸ਼ਨ ਬੇਸਡ ਹੁੰਦੇ ਨੇ ਵੀ ਹਾਂ ਉੱਚੀ ਕੋਠੇ ਤੇ ਖੜ ਕੇ ਦੂਜੇ ਨੂੰ ਬਦਨਾਮ ਕਰ ਲਓ। ਉਹ ਭਾਈ ਤੁਸੀਂ ਆਪਦੀ ਪੀੜ੍ਹੀ ਥੱਲੇ ਸੋਟਾ ਫੇਰ ਲਓ। ਜਿਹੜੇ ਸਾਨੂੰ ਪੁੱਛਦੇ ਨੇ ਵੀ ਤੁਸੀਂ ਆਹ ਕਰਤਾ ਸੀ ਉਹ ਕਰਤਾ, 3 ਮਹੀਨੇ ਤਾਂ ਉਹ ਸੜਕਾਂ ਤੇ ਰੌਲਾ ਪਾਉਂਦੇ ਫਿਰਦੇ ਨੇ ਵੀ ਜੇ ਇਹੋ ਜਿਹੀ ਕਾਨੂੰਨ ਲਾਗੂ ਹੋ ਗਏ ਤੇ ਕਿਸਾਨਾਂ ਦੇ ਹੋ ਜਾਣਗੇ ਵਾਰੇ ਨਿਆਰੇ, ਕਿਸਾਨ ਦੇ ਪੌ ਬਾਰੇ ਹੋ ਜਾਣਗੇ। ਜਦੋਂ ਦੇਖ ਲਿਆ ਵੀ ਕਿਸਾਨਾਂ ਨੇ ਗੋਡਾ ਧਰ ਲਿਆ ਗਰਦਨ ਦੇ ਉੱਪਰ, ਫਿਰ ਕਹਿੰਦੇ ਜੀ ਅਸੀਂ ਤਾਂ ਛੱਡ ਕੇ ਆ ਗਏ। ਆਹੀ ਕੰਮ ਕਾਂਗਰਸ ਦਾ। ਕਾਂਗਰਸ ਦੀ ਜੇ ਗੱਲ ਕਰ ਲਈਏ 1961 ਦੇ ਵਿੱਚ ਜਿਹੜੀ MSP ਚਾਲੂ ਹੋਈ ਸੀਗੀ, 1961 ਤੋਂ ਲੈ ਕੇ ਅੱਜ ਤੱਕ ਕਿੰਨੇ ਸਾਲ ਹੋ ਗਏ? 60। ਤੇ ਅੱਜ ਤੱਕ 60 ਸਾਲਾਂ ਦੇ ਵਿੱਚ ਕਿਸਾਨਾਂ ਨੂੰ MSP ਦੇ ਉੱਪਰ ਐਸ਼ੋਰਡ ਪਰਚੇਜ਼ ਦਾ, ਯਕੀਨਨ ਖਰੀਦ ਦਾ ਕਾਨੂੰਨੀ ਗਰੰਟੀ ਕਿਉਂ ਨਹੀਂ ਦਿੱਤੀ ਜੀ? ਕਿਸੇ ਟਾਈਮ ਕਾਂਗਰਸ ਦੀ ਵੀ ਪੂਰਨ ਮੈਜੋਰਿਟੀ ਰਹੀ ਹੈ। ਰਾਜੀਵ ਗਾਂਧੀ ਹੋਣਾ ਵੇਲੇ, ਸ਼੍ਰੀਮਤੀ ਇੰਦਰਾ ਗਾਂਧੀ ਹੋਣਾ ਵੇਲੇ ਦਿੱਤੀ ਹੈ? ਨਹੀਂ ਦਿੱਤੀ। ਇਹਨਾਂ ਦੀ ਮੋਂਟੇਕ ਸਿੰਘ ਆਹਲੂਵਾਲੀ ਦੀ ਰਿਪੋਰਟ ਕੀ ਕਹਿੰਦੀ ਹੈ? ਉਹੀ ਕਹਿੰਦੀ ਹੈ ਜੋ 3 ਕਾਨੂੰਨ ਕਹਿੰਦੇ ਨੇ। ਇਹਨਾਂ ਦਾ 17 ਦਾ 19 ਦਾ ਮੈਨੀਫੈਸਟੋ ਕੀ ਕਹਿੰਦਾ? ਉਹੀ ਕੁਛ ਹੈ ਜੋ ਇਹਦੇ 'ਚ ਲਿਖਿਆ ਹੋਇਆ ਹੈ। ਸੋ ਇਸ ਕਰਕੇ ਸਿਰਫ ਔਰ ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀਆਂ ਗੱਲਾਂ ਨੇ। ਹੋਰ ਇਹਨਾਂ ਨੇ ਡੱਕਾ ਨਾ ਕੀਤਾ ਤੇ ਨਾ ਕਰਨਾ ਹੈ। ਨਵਜੋਤ ਸਿੰਘ ਸਿੱਧੂ ਕਾਫੀ ਬਾਗੀ ਹੋਇਆ ਕਾਂਗਰਸ ਤੋਂ, ਹੁਣ ਵੀ ਹੋਏ ਆ ਤੇ ਦਿੱਲੀ ਜਾ ਕੇ ਮੀਟਿੰਗਾਂ ਵੀ ਕਰਦੇ। ਕੀ ਲੱਗਦਾ ਕਿ ਉਹ ਮੀਟਿੰਗ ਵੀ ਕੇਜਰੀਵਾਲ ਵੱਲ ਨੂੰ ਰੁੱਖ ਕਰੂਗੀ? ਆਮ ਆਦਮੀ ਪਾਰਟੀ 'ਚ ਕਿਤੇ ਨਵਜੋਤ ਸਿੱਧੂ ਐਂਟਰੀ ਤਾਂ ਨਹੀਂ ਮਾਰਨ ਲੱਗੇ? ਦੇਖੋ ਇਸ ਤਰ੍ਹਾਂ ਕਿ ਮੈਂ ਇੱਕ ਛੋਟਾ ਜਿਹਾ ਪੋਲੀਟੀਕਲ ਵਰਕਰ ਹਾਂ। ਮੈਂ ਕੋਈ ਜੋਤਸ਼ੀ ਨਹੀਂ ਹਾਂ ਵੀ ਕੱਲ੍ਹ ਨੂੰ ਕੀ ਹੋਣ ਜਾ ਰਿਹਾ। ਮੈਂ ਇਹਦੀ ਭਵਿੱਖਬਾਣੀ ਨਾ ਕਦੇ ਇਹੋ ਜਿਹੀਆਂ ਭਵਿੱਖਬਾਣੀਆਂ ਨਾ ਕੀਤੀਆਂ ਨੇ ਨਾ ਕਰਨੀਆਂ ਨੇ। ਸਿਆਸਤ ਇਜ਼ ਅ ਸੀ ਆਫ ਓਪਰਚੁਨਿਟੀਜ਼। ਇਹਦੇ 'ਚ ਕਦੋਂ ਕੀ ਹੋ ਜੇ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਹੈਗਾ। ਨਵਜੋਤ ਸਿੰਘ ਸਿੱਧੂ ਜੀ ਅੱਜ ਦੀ ਘੜੀ ਉਹ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਨੇ, ਪਰ ਹਾਂ ਮੈਨੂੰ ਇਸ ਇੱਕ ਗੱਲ ਦੀ ਖੁਸ਼ੀ ਜ਼ਰੂਰ ਹੈਗੀ ਤੇ ਜਿਹਦੀ ਗੱਲ ਕਰਕੇ ਅਸੀਂ ਉਹਨਾਂ ਦਾ ਸਤਿਕਾਰ ਵੀ ਕਰਦੇ ਹਾਂ, ਉਹ ਇਸ ਗੱਲ ਦੀ ਕਿ ਉਹ ਕਿੱਧਰ ਜਾਂਦੇ ਨੇ, ਕਿੱਥੇ ਰਾਜਨੀਤੀ ਕਰਦੇ ਨੇ, ਇਹ ਉਹਨਾਂ ਦਾ ਜ਼ਾਤੀ ਤੌਰ ਤੇ ਫੈਸਲਾ ਹੋਊਗਾ। ਇੰਨੀ ਗੱਲ ਦੀ ਮੈਨੂੰ ਖੁਸ਼ੀ ਜ਼ਰੂਰ ਹੈ ਕਿ ਜੋ ਅਸੀਂ 4.5 ਸਾਲ ਪਹਿਲਾਂ ਕਹਿ ਰਹੇ ਸੀਗੇ ਕਿ ਕਾਂਗਰਸ ਔਰ ਅਕਾਲੀ ਦਲ, ਕੈਪਟਨ ਅਮਰਿੰਦਰ ਸਿੰਘ ਔਰ ਬਾਦਲ ਪਰਿਵਾਰ, ਇਹ ਇੱਕੋ ਸਿੱਕੇ ਦੇ 2 ਪਹਿਲੂ ਨੇ। ਇਹ 75-25 ਦੀ ਗੇਮ ਖੇਡਦੇ ਨੇ। ਇਹ ਰਲ ਕੇ ਲੁੱਟ ਔਰ ਕੁੱਟ ਰਹੇ ਨੇ। ਇਹਨਾਂ ਨੇ ਕੇਸ ਵਾਪਸ ਲਏ ਸੀਗੇ, ਕੈਪਟਨ ਸਾਹਿਬ ਨੇ ਉਹਨਾਂ ਦੇ ਕੇਸ ਵਾਪਸ ਲੈ ਲਏ ਔਰ ਬਾਦਲ ਸਾਹਿਬ ਨੇ ਇਹਨਾਂ ਦੇ ਸਿਟੀ ਸੈਂਟਰ ਔਰ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦੇ ਕੇਸ ਵਾਪਸ ਲੈ ਲਏ। ਇਹ ਇੱਕ ਦੂਜੇ ਨੂੰ ਬਚਾਉਂਦੇ ਨੇ, ਲੁੱਟਦੇ ਨੇ ਤੇ ਕੁੱਟਦੇ ਨੇ। ਅਸੀਂ ਇਹ ਗੱਲ 4.5 ਸਾਲਾਂ ਦੀ ਕਹਿੰਦੇ ਸੀਗੇ। ਉਹਨਾਂ ਨੇ 2.5 ਸਾਲ ਪਹਿਲਾਂ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਵੇਲੇ ਉਹਨਾਂ ਨੇ ਗੱਲ ਕਹੀ, ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ। ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜੋ ਅਸੀਂ ਕਹਿੰਦੇ ਸੀਗੇ, ਜੋ ਪੰਜਾਬ ਦੀ ਜਨਤਾ ਕਹਿੰਦੀ ਸੀਗੀ, ਉਸੇ ਗੱਲ ਤੇ ਉਹਨਾਂ ਨੇ ਮੋਹਰ ਲਈ। ਤੇ ਅੱਜ ਵੀ ਉਹ ਕਾਂਗਰਸ ਦੀਆਂ ਨਾਕਾਮਯਾਬੀਆਂ ਨੂੰ ਦਲੇਰੀ ਦੇ ਨਾਲ ਲੋਕਾਂ ਸਾਹਮਣੇ ਰੱਖਦੇ ਨੇ। ਇਸ ਕਰਕੇ ਸਤਿਕਾਰ ਕਰਦੇ ਹਾਂ ਅਸੀਂ ਉਹਨਾਂ ਦਾ। ਆਉਣਾ ਜਾਂ ਨਾ ਆਉਣਾ, ਪਾਰਟੀ ਦੇ ਵਿੱਚ ਸਵਾਗਤ ਹੋਣਾ ਜਾਂ ਨਾ ਹੋਣਾ, ਇਹ ਫੈਸਲੇ ਨੇ ਜਿਹੜੇ, ਇਹ ਮੈਂ ਨਹੀਂ ਦੱਸ ਸਕਦਾ ਕਿ ਮੈਂ ਕਹਿੰਦਾ ਪਾਰਟੀ ਦਾ ਸਭ ਤੋਂ ਛੋਟਾ ਜਿਹਾ ਵਰਕਰ ਹਾਂ। ਇਹ ਫੈਸਲੇ ਹੋਣੇ ਨੇ ਅਰਵਿੰਦ ਜੀ ਹੋਣਾ ਦੇ ਲੈਵਲ ਤੇ। ਉਹਨਾਂ ਦੇ ਜੋ ਫੈਸਲੇ ਹੋਣਗੇ ਉਹ ਸਾਨੂੰ ਸਿਰ ਮੱਥੇ ਪਰਿਵਾਰ ਹੋਣਗੇ। ਤੁਸੀਂ ਸੁਰਖਾਬ ਟੀਵੀ ਨੂੰ ਬੜਾ ਸਮਾਂ ਦਿੱਤਾ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ। ਸੋ ਦਰਸ਼ਕੋ, ਇਹ ਸੀ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਜੀ, ਜਿਨ੍ਹਾਂ ਨੇ ਬਖੂਬੀ ਜਵਾਬ ਦਿੱਤੇ ਸਾਰੇ ਸਵਾਲਾਂ ਦੇ ਜੋ ਤੁਹਾਡੇ ਜਿਹਨ ਦੇ ਵਿੱਚ ਸੀ। ਉਮੀਦ ਹੈ ਸਾਡੀ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਊਗੀ। ਜੁੜੇ ਰਹੋ ਸੁਰਖਾਬ ਟੀਵੀ ਦੇ ਨਾਲ। ਮੈਨੂੰ ਮਨੀ ਪਰਵੇਜ਼ ਨੂੰ ਦਿਓ ਇਜਾਜ਼ਤ। ਧੰਨਵਾਦ।